ਬਿਸਮਿਲ੍ਲਾਹਿਰਰਹਿਮਾਨਿਰਰਹੀਮ अस्सलाम वालेकुम। पीटीवी ਨੈਸ਼ਨਲ ਦੀ ਲਾਈਵ ਟਰਾਂਸਮਿਸ਼ਨ ਅੱਜ ਦਾ ਮਹਿਮਾਨ ਤੋਂ ਮੈਂ ਹਾਂ ਤੁਹਾਡੀ ਮੇਜ਼ਬਾਨ ਸੋਨੀਆ ਸ਼ੇਖ ਤੇ ਪ੍ਰੋਗਰਾਮ ਵਿੱਚ ਮੇਰੇ ਨਾਲ ਮੌਜੂਦ ਨੇ ਮੇਰੇ ਸਾਥੀ ਐਂਕਰ ਅਲੀ ਉਸਮਾਨ ਬਾਜਵਾ। ਨਾਜ਼ਰੀਨ, ਪ੍ਰੋਗਰਾਮ ਵਿੱਚ ਤੁਹਾਨੂੰ ਸਭ ਨੂੰ ਖੁਸ਼ਾਮਦੀਦ, ਵੈਲਕਮ, ਜੀ ਆਇਆਂ ਨੂੰ। ਇਸ ਉਮੀਦ ਦੇ ਨਾਲ ਕਿ ਤੁਸੀਂ ਸਾਰੇ ਜਿੱਥੇ ਵੀ ਹੋਵੋਗੇ ਰਾਜ਼ੀ ਹੋਵੋਗੇ, ਖੁਸ਼ ਹੋਵੋਗੇ, ਆਪਣਾ ਬਹੁਤ ਧਿਆਨ ਰੱਖਦੇ ਹੋਵੋਗੇ ਤੇ ਨਾ ਸਿਰਫ ਆਪਣਾ, ਆਪਣੇ ਨਾਲ ਜੁੜੇ ਹੋਏ ਲੋਕਾਂ ਦਾ, ਰਿਸ਼ਤਿਆਂ ਦਾ ਵੀ ਬਹੁਤ ਧਿਆਨ ਰੱਖਦੇ ਹੋਵੋਗੇ। ਹਮੇਸ਼ਾ ਦੀ ਤਰ੍ਹਾਂ ਅੱਜ ਵੀ ਅਸੀਂ ਆਪਣੇ ਪ੍ਰੋਗਰਾਮ ਵਿੱਚ ਮਹਿਮਾਨਾਂ ਨੂੰ ਬੁਲਾਇਆ ਹੈ। ਇਹ ਸੋਹਣੇ ਸੋਹਣੇ ਮਹਿਮਾਨ ਜਦੋਂ ਸਾਡੇ ਪ੍ਰੋਗਰਾਮ ਵਿੱਚ ਆਉਂਦੇ ਨੇ ਤੇ ਸਾਡੇ ਨਾਲ ਨਵੀਆਂ ਤੇ ਮਾਲੂਮਾਤ ਨਾਲ ਭਰੀਆਂ ਹੋਈਆਂ ਗੱਲਾਂ ਕਰਦੇ ਨੇ। ਇਹ ਗੱਲਾਂ ਕਰਦੇ ਨੇ ਤਾਲੀਮ ਦੇ ਬਾਰੇ 'ਚ, ਇਲਮ ਦੇ ਬਾਰੇ 'ਚ, ਹੁਨਰ ਦੇ ਬਾਰੇ 'ਚ, ਸਿਹਤ ਦੇ ਬਾਰੇ 'ਚ, ਅਕੀਦਤ ਤੇ ਇਬਾਦਤ ਦੇ ਬਾਰੇ 'ਚ। ਇਹ ਸਾਰੀਆਂ ਗੱਲਾਂ ਸਾਨੂੰ ਤੇ ਤੁਹਾਨੂੰ ਸਭ ਨੂੰ ਜ਼ਿੰਦਗੀ ਦੇ ਵਿੱਚ ਰਹਿਨੁਮਾਈ ਦਿੰਦੀਆਂ ਨੇ ਤੇ ਸਾਡੀ ਜ਼ਿੰਦਗੀ ਨੂੰ ਖੂਬਸੂਰਤ ਬਣਾਉਂਦੀਆਂ ਨੇ। ਅੱਜ ਵੀ ਅਸੀਂ ਆਪਣੇ ਪ੍ਰੋਗਰਾਮ ਵਿੱਚ ਨਵੇਂ ਪਰੋਣੇ ਬੁਲਾਏ ਨੇ, ਲੇਕਿਨ ਉਹਨਾਂ ਨਾਲ ਤੁਹਾਨੂੰ ਮਿਲਵਾਉਣ ਤੋਂ ਪਹਿਲਾਂ ਮੈਂ ਅੱਜ ਦੀ ਚੰਗੀ ਗੱਲ ਤੇ ਸਾਂਝੀ ਕਰਦੀ ਚਲਾਂ। ਤੇ ਅੱਜ ਦੀ ਚੰਗੀ ਗੱਲ ਹੈ ਵੀ ਦੋਸਤੋ ਕਿ ਕਿਸੇ ਸਿਆਣੇ ਨੇ ਜ਼ਿੰਦਗੀ ਨੂੰ ਸੋਹਣੇ ਤਰੀਕੇ ਨਾਲ ਗੁਜ਼ਾਰਨ ਦਾ ਇੱਕ ਜਿਹੜਾ ਤਰੀਕਾ ਹੈ ਉਹ 2 ਮਿਸਰਿਆਂ 'ਚ ਤੇ 2 ਸਤਰਾਂ 'ਚ ਬਿਆਨ ਕਰ ਦਿੱਤਾ ਹੈ। ਤੇ ਇਹ ਵੇ ਕਿ ਤੁਹਾਡੀ ਜ਼ਿੰਦਗੀ 'ਚ ਜੋ ਕੁਝ ਵੀ ਹੈ ਉਹਦੇ ਤੇ ਰੱਬ ਦਾ ਸ਼ੁਕਰ ਅਦਾ ਕਰੋ ਤੇ ਆਪਣੇ ਰੱਬ ਤੋਂ ਇਲਾਵਾ ਕਿਸੇ ਦੂਸਰੇ ਨਾਲ ਕੋਈ ਉਮੀਦ ਨਾ ਰੱਖੋ, ਕਿਉਂਕਿ ਸਾਡੀ ਜ਼ਿੰਦਗੀ ਅਕਸਰ ਐਸੇ ਵਜ੍ਹਾ ਤੋਂ ਮੁਸ਼ਕਿਲ ਹੋ ਜਾਂਦੀ ਹੈ ਕਿ ਅਸੀਂ ਲੋਕਾਂ ਨਾਲ ਬਹੁਤ ਸਾਰੀਆਂ ਉਮੀਦਾਂ ਜੋੜ ਲੈਂਦੇ ਹਾਂ। ਤੁਸੀਂ ਇਹ ਉਸੂਲ ਆਪਣੀ ਜ਼ਿੰਦਗੀ 'ਚ ਅਪਣਾ ਕੇ ਵੇਖੋ, ਤੁਹਾਡੀ ਜ਼ਿੰਦਗੀ ਬਹੁਤ ਆਸਾਨ ਤੇ ਬਹੁਤ ਖੂਬਸੂਰਤ ਹੋ ਜਾਏਗੀ। ਤੇ ਹੁਣ ਵੇਲਾ ਹੋਇਆ ਹੈ ਮਹਿਮਾਨਾਂ ਦਾ ਤਾਰਫ ਕਰਵਾਉਣ ਦਾ ਤੇ ਉਹ ਕਰਵਾਉਣਗੇ ਜੀ ਅਲੀ ਉਸਮਾਨ ਬਾਜਵਾ ਜੀ ਬਿਲਕੁਲ, ਮੈਂ ਬੜੀ ਹੀ ਖੁਸ਼ੀ ਨਾਲ ਤਾਰਫ ਕਰਵਾਵਾਂਗਾ। ਔਰ ਜਿਵੇਂ ਸੋਨੀਆ ਗੱਲ ਦੱਸ ਰਹੀਆਂ ਸਨ ਕਿ ਖੁਸ਼ੀ ਜਿਹੜੀ ਹੈ ਤੁਹਾਡੇ ਅੰਦਰੋਂ ਫੁੱਟਦੀ ਹੈ। ਤੁਸੀਂ ਜੇ ਖੁਸ਼ ਰਹਿਣਾ ਤੇ ਆਪਣੇ ਆਪ ਨੂੰ ਖੁਸ਼ ਰੱਖੋਗੇ ਤੇ ਆਪਣੇ ਆਲ ਦੁਆਲੇ ਦੇ ਲੋਕਾਂ ਨੂੰ ਵੀ ਖੁਸ਼ ਰੱਖੋਗੇ। ਜੇ ਤੁਹਾਡੇ ਮੱਥੇ ਦੇ ਉੱਤੇ ਤਿਉਰੀ ਹੈ ਔਰ ਤੁਹਾਡੇ ਚਿਹਰੇ ਤੇ ਸਖਤੀ ਹੈ ਤੇ ਯਕੀਨੀ ਤੌਰ ਤੇ ਤੁਸੀਂ ਖੁਸ਼ੀਆਂ ਵੰਡ ਨਹੀਂ ਸਕੋਗੇ। ਅੱਜ ਵੀ ਜਨਾਬ ਸਾਡੇ ਪ੍ਰੋਗਰਾਮ ਦੇ ਵਿੱਚ ਮੈਡੀਕਲ ਪ੍ਰੈਕਟੀਸ਼ਨਰ ਵੀ ਨੇ, ਪੇਂਟਰ ਵੀ ਨੇ, ਫਿਰ ਸੂਫੀ ਸੈਗਮੈਂਟ ਵੀ ਸਾਡਾ ਹੈ ਵੇ, ਇੱਕ ਅਦਦ ਸਿੰਗਰ ਵੀ ਸਾਡੇ ਪ੍ਰੋਗਰਾਮ ਵਿੱਚ ਆਉਣਗੇ। ਤੇ ਇਸ ਵਕਤ ਸਟੂਡੀਓ ਦੇ ਵਿੱਚ ਮੌਜੂਦ ਨੇ ਜਨਾਬ ਪਲਮਨੋਲੋਜਿਸਟ ਹੈਗੇ ਨੇ, ਐਸੋਸੀਏਟ ਪ੍ਰੋਫੈਸਰ ਪਲਮਨੋਲੋਜੀ, ਡਾਇਰੈਕਟਰ ਸਲੀਪ ਰਿਸਰਚ ਲੈਬ, ਫੋਕਲ ਪਰਸਨ ਫॉर ਕੋਵਿਡ ਐਟ ਪੋਸਟ ਗ੍ਰੈਜੂਏਟ ਮੈਡੀਕਲ ਇੰਸਟੀट्यूट लाहौर जनरल हॉस्पिटल, जनाब डॉक्टर मोहम्मद इरफान मलिक। जी आया कहांगे ਤੁਹਾਨੂੰ। कैसी तबीयत है ਤੁਹਾਡੀ? ਅਲਹਮਦੁਲਿਲਾ, ਤੁਸੀਂ ਵਾਲੋ ਬਿਹਤਰੀਨ। ਅਲਹਮਦੁਲਿਲਾ, ਅੱਲਾਹ ਦਾ ਸ਼ੁਕਰ। ਹੁਣ ਤੇ ਵੈਸੇ ਵੀ ਬਹਾਰ ਆ ਰਹੀ ਹੈ, ਹੁਣ ਅਸੀਂ ਥੋੜੇ ਜਿਹੇ ਖਿਲੇ ਹੋ ਗਏ ਆ। ਪਹਿਲੇ ਥੋੜੇ ਘੁੱਟੇ ਸਨ ਸਰਦੀਆਂ ਦੇ ਵਿੱਚ, ਇੰਨੇ ਵੱਡੇ ਕੱਪੜੇ ਪਾਣੇ ਪੈ ਜਾਂਦੇ ਨੇ, ਬੰਦਾ ਵਿੱਚ ਹੀ ਦੱਬ ਜਾਂਦਾ। ਹਾਂ ਜੀ, ਸਹੀ ਕਹਿ ਰਹੇ। ਫਿਰ ਹੌਲੀ ਹੁਣ ਮੌਸਮ ਕਿਤੇ ਬਦਲਦਾ ਪਿਆ ਤੇ ਅਸੀਂ ਵੀ ਥੋੜਾ ਖੁੱਲ ਰਹੇ ਹਾਂ ਔਰ ਖੁਸ਼ ਹੋ ਰਹੇ ਹਾਂ ਔਰ ਨਵੇਂ ਫੁੱਲ ਵੀ ਸਾਨੂੰ ਨਜ਼ਰ ਆ ਰਹੇ ਨੇ ਔਰ ਫੁੱਲਾਂ ਦੇ ਨਾਲ ਪੋਲਨ ਵੀ ਹੈ, ਪੋਲਨ ਨਾਲ ਵੀ ਜੁੜੀਆਂ ਚੀਜ਼ਾਂ ਨੂੰ ਬਾਅਦ ਚ ਗੱਲ ਕਰਾਂਗੇ। ਲੇਕਿਨ ਪਹਿਲੇ ਸਾਨੂੰ ਇਹ ਦੱਸੋ ਕਿ ਪਲਮਨੋਲੋਜੀ ਕੀ ਟਰਮ ਹੈਗੀ ਹੈ? ਮੈਡੀਕਲ ਦੀ ਬੜੀ ਸਖਤ ਜੀ ਟਰਮ ਹੈ। ਬਿਸਮਿਲ੍ਲਾਹਿਰਰਹਿਮਾਨਿਰਰਹੀਮ। ਸਭ ਤੋਂ ਪਹਿਲਾਂ ਤਾਂ ਮੈਂ ਸ਼ੁਕਰਗੁਜ਼ਾਰ ਹਾਂ ਕਿ ਤੁਸੀਂ ਬੁਲਾਇਆ, ਪ੍ਰੋਗਰਾਮ 'ਚ ਦਾਵਤ ਦਿੱਤੀ ਸਾਨੂੰ। ਇਹ ਪਲਮਨੋਲੋਜੀ ਤੁਸੀਂ ਸਮਝ ਲਓ ਇੱਕ ਇਗਨੋਰਡ ਸਪੈਸ਼ਲਿਟੀ ਸੀ ਅੱਜ ਤੋਂ 10-15 ਸਾਲ ਪਹਿਲੇ, ਔਰ ਇਹ ਤਕਰੀਬਨ ਹਰ ਮੈਡੀਕਲ ਪ੍ਰੈਕਟੀਸ਼ਨਰ ਇਹਨੂੰ ਦੇਖ ਰਿਹਾ ਸੀ। ਇਹ ਹੁਣ 10-15 ਸਾਲ ਦੇ ਵਿੱਚ ਇਹਦੇ 'ਚ ਬਹੁਤ ਇਰਤਕਾ ਹੋਇਆ, ਤਬਦੀਲੀ ਆਈ ਔਰ ਇਹ ਹੁਣ ਇੱਕ ਸੈਪਰੇਟ ਸਪੈਸ਼ਲਿਟੀ ਬਣ ਗਈ ਹੈ। ਪਲਮਨੋਲੋਜਿਸਟ ਦਾ ਮਤਲਬ ਬੇਸਿਕਲੀ ਹੈ ਉਹ ਬਿਮਾਰੀਆਂ ਜਿਹਦਾ ਤਾਲੁਕ ਸਾਹ ਦੇ ਨਾਲ, ਜਿਹੜਾ ਸਾਡੀ ਸਾਹ ਦੀ ਨਾਲੀ ਇਧਰੋਂ ਥੱਲੇ ਸ਼ੁਰੂ ਹੁੰਦੀ ਹੈ, ਉਹਨੂੰ ਅਸੀਂ ਚੈਸਟ ਦੀ ਜਾਂ ਪਲਮਨੋਲੋਜੀ ਦੀ ਬਿਮਾਰੀ ਅਸੀਂ ਕਹਿੰਦੇ। ਇਹਨੂੰ ਪਹਿਲੇ ਚੈਸਟ ਸਪੈਸ਼ਲਿਸਟ ਵੀ ਕਿਹਾ ਜਾਂਦਾ ਸੀ, ਇਹਨੂੰ ਪਹਿਲੇ TB ਸਪੈਸ਼ਲਿਸਟ ਵੀ ਕਿਹਾ ਜਾਂਦਾ ਸੀ, ਲੇਕਿਨ ਹੁਣ ਇਹਨੂੰ ਅਸੀਂ ਪਲਮਨੋਲੋਜਿਸਟ ਕਹਿੰਦੇ, ਕਿਉਂਕਿ ਪਲਮਨੋਲੋਜਿਸਟ ਦੇ ਅੰਦਰ 1-2 ਹੋਰ ਸਪੈਸ਼ਲਿਟੀ ਵੀ ਐਡ ਹੋ ਗਈ ਹੈ। ਠੀਕ ਹੈ। ਇੱਕ ਤੁਸੀਂ ਜਿਹੜਾ ਬੋਲਿਆ ਸਲੀਪ ਰਿਸਰਚ ਲੈਬ, ਇਹ ਵੀ ਬੇਸਿਕਲੀ ਪਲਮਨੋਲੋਜੀ ਦਾ ਹੀ ਕੰਪੋਨੈਂਟ ਹੈ। ਫਿਰ ਇਹਦੇ ਵਿੱਚ ਕ੍ਰਿਟੀਕਲ ਕੇਅਰ ਵੀ ਆ ਗਈ। ਸੋ ਇਹ 3 ਚੀਜ਼ਾਂ ਜਿਹੜੀਆਂ ਜਿਸ ਛਤਰੀ ਦੇ ਥੱਲੇ ਆਉਂਦੀਆਂ ਨੇ ਉਹਨੂੰ ਅਸੀਂ ਪਲਮਨੋਲੋਜੀ ਕਹਿੰਦੇ। ਠੀਕ ਹੈ ਡਾਕਟਰ ਸਾਹਿਬ, ਇਹ ਪਲਮਨੋਲੋਜੀ ਦੀ ਵੀ ਗੱਲ ਕਰਾਂਗੇ, ਸਾਹ ਦੀ ਵੀ ਗੱਲ ਕਰਾਂਗੇ, ਲੇਕਿਨ ਆਡੀਅנס ਨੂੰ, ਨਾਜ਼ਰੀਨ ਨੂੰ ਦੱਸਦੇ ਚੱਲੀਏ ਕਿ ਸਾਡੇ ਸਟੂਡੀਓ ਦੇ ਵਿੱਚ ਜਿਵੇਂ ਅਸੀਂ ਫੁੱਲਾਂ ਦੀ ਗੱਲ ਕੀਤੀ, ਰੰਗਾਂ ਦੀ ਗੱਲ ਕੀਤੀ, ਤੇ ਰੰਗਾਂ ਨੂੰ ਕੈਨਵਸ ਦੇ ਉੱਤੇ ਕਿਵੇਂ ਸਜਾਇਆ ਜਾਂਦਾ, ਇਹ ਯਕੀਨੀ ਤੌਰ ਤੇ ਸਾਡੀਆਂ ਅਗਲੀਆਂ ਜਿਹੜੀਆਂ ਗੈਸਟ ਸਟੂਡੀਓ ਵਿੱਚ ਮੌਜੂਦ ਨੇ ਉਹ ਕਰ ਰਹੀਆਂ ਨੇ। मोहतरमा अनीता बशीर साढ़े नाल मौजूद ने, गवर्नमेंट कॉलेज यूनिवर्सिटी फैसलाबाद तो इन्हों का ताल्लुक है। अनीता अस्सलाम वालेकुम, जी आया तुहानू भी कहांगे, कैसी तबीयत है? वालेकुम अस्सलाम, बहुत अच्छा लग रहा है मैनू तुहाडे अज दे प्रोग्राम दे विच आ गए ते मैं बिल्कुल ठीक ठाक हाँ। सानू भी बड़ा वधिया लग रहा है और बाहर दी आमद है वो तुहाडे ड्रेस तो भी लग रहा है कि वाकई आमद हो गई है। हाँ जी बिल्कुल। अच्छा, आज की बनाओगे जल्दी ना दस दिओ ताकि ਅਸੀਂ ਡਾਕਟਰ ਸਾਹਿਬ ਵੱਲ ਵਾਪਸ ਅੱਜ ਜਦੋਂ ਮੈਂ ਘਰ ਸਾਂ ਤੇ ਮੈਂ ਘਰੋਂ ਤੇ ਜਦੋਂ ਮੈਂ ਸੋਚਿਆ ਸੀ ਤੇ ਕੁਝ ਬਾਹਰ ਦਾ ਕੁਝ ਇਹਦੇ ਐਲੀਮੈਂਟਸ ਮੈਂ ਸੋਚ ਰਹੀ ਸਾਂ, ਲੇਕਿਨ ਜਦੋਂ ਮੈਂ ਸੈੱਟ ਤੇ ਆਈ ਹਾਂ ਤੇ ਸੈੱਟ ਇੰਨਾ ਖੂਬਸੂਰਤ ਹੈ, ਹਰ ਚੀਜ਼ ਪੰਜਾਬ ਦੇ ਕਲਚਰ ਦੇ ਅਕੋਰਡਿੰਗ ਹੈ ਤੇ ਹੁਣ ਮੇਰੀ ਇਨਸਪੀਰੇਸ਼ਨ ਕੁਝ ਇੱਥੋਂ ਹੋ ਰਹੀ ਹੈ ਤੇ ਇਹ ਸਰਪ੍ਰਾਈਜ਼ ਹੀ ਹੋਏਗਾ। ਬਹੁਤ ਸ਼ੁਕਰੀਆ, ਬਹੁਤ ਮਿਹਰਬਾਨੀ, ਤੁਹਾਡਾ ਵੀ ਸ਼ਾਹਕਾਰ ਅਸੀਂ ਵੇਖਾਂਗੇ। ਤੇ ਜੀ ਡਾਕਟਰ ਸਾਹਿਬ, पेंटर भी साढ़े नाल मौजूद ने और मैडिकल की गल भी असी करांगे और साह की गल करांगे
ਔਰ ਸਾਹ ਨਾ ਹੋਵੇ ਤੇ ਜ਼ਾਹਿਰ ਹੈ ਜ਼ਿੰਦਗੀ ਤੇ ਨਹੀਂ ਹੁੰਦੀ ਸਾਹ ਨਾਲ ਹੀ ਜੁੜੀ ਹੋਈ ਚੀਜ਼ ਹੈ। ਤੇ ਜੀ ਸੋਨੀਆ, ਤੁਹਾਡੇ ਕੋਲ ਵੀ ਕੁਝ ਸਵਾਲਾਤ ਸਨ, ਬੜੇ ਅਹਿਮ ਸਵਾਲਾਤ ਤੁਸੀਂ ਅੱਜ ਲੈ ਕੇ ਆਏ ਹੋ। ਬਿਲਕੁਲ ਬਿਲਕੁਲ। ਤੇ ਡਾਕਟਰ ਸਾਹਿਬ ਨੇ ਜਿਵੇਂ ਦੱਸਿਆ ਕਿ ਇਸ ਸਲੀਪ ਸਪੈਸ਼ਲਿਸਟ ਵੀ ਨੇ। ਅੱਛਾ, ਸਲੀਪ ਦੇ ਵਿੱਚ ਕਿਹੜੀ ਬਿਮਾਰੀਆਂ ਫਾਲ ਕਰਦੀਆਂ ਨੇ ਤੇ ਇਹਨੂੰ ਕਿਸ ਤਰ੍ਹਾਂ ਤੁਸੀਂ ਕੈਟਾਗਰਾਈਜ਼ ਕਰੋਗੇ? ਸਲੀਪ ਸਪੈਸ਼ਲਿਟੀ ਜਿਹੜੀ ਹੈ ਪਾਕਿਸਤਾਨ 'ਚ ਬਿਲਕੁਲ ਨਿਊ ਹੈ। ਇਹਦੇ ਸੈਂਟਰ ਬਹੁਤ ਘੱਟ ਨੇ। ਇਹ ਬੇਸਿਕਲੀ ਇਹਦੇ 'ਚ ਜਿਹੜੀ ਇੱਕ ਅਲਾਮਤ ਹੈ ਜਿਹੜੀ ਲੋਕੀ ਮੋਸਟਲੀ ਸਮਝਦੇ ਨੇ ਕਿ ਸਿਹਤਮੰਦੀ ਦੀ ਅਲਾਮਤ ਹੈ, ਉਹਨੂੰ ਅਸੀਂ ਕਹਿੰਦੇ ਖੁਰਾਟੇ ਲੈਣਾ। ਅੱਛਾ, ਜਿਹੜੇ ਖੁਰਾਟੇ ਲੈਣ ਦੇ ਨਾਲ ਜਿਸ ਬਿਮਾਰੀ ਦਾ ਤਾਲੁਕ ਉਹਨੂੰ ਸਲੀਪ ਦਾ ਅਸੀਂ ਪ੍ਰੋਬਲਮ ਕਹਿੰਦੇ। ਔਰ ਇਹੀ ਉਹਦੀ ਇੱਕ ਪਹਿਲੀ ਮੇਨ ਅਲਾਮਤ ਹੈ। ਔਰ ਉਹਦੇ ਨਾਲ ਬਾਕੀ ਜਿਹੜੀ ਬਿਮਾਰੀਆਂ ਨੇ ਉਹ ਤੁਸੀਂ ਸੁਣਦੇ ਹੋਵੋਗੇ, ਲੋਕੀ ਸੌਂਦੇ ਚੱਲਣਾ ਸ਼ੁਰੂ ਕਰ ਦਿੰਦੇ ਨੇ, ਕੁਝ ਲੋਕੀ ਗੱਲਾਂ ਸ਼ੁਰੂ ਕਰ ਦਿੰਦੇ ਨੇ, ਕੁਝ ਲੋਕੀ ਰਾਤ ਨੂੰ ਉਹਨਾਂ ਨੂੰ ਨੀਂਦ ਨਹੀਂ ਆਉਂਦੀ, ਦਿਨ ਦੇ ਟਾਈਮ ਸੌਂਦੇ ਰਹਿੰਦੇ ਨੇ। ਇਹਨਾਂ ਦੀ ਕੁਝ 6-7 ਕਲਾਸੀਫਿਕੇਸ਼ਨਾਂ ਹੈ ਨੇ, ਲੇਕਿਨ ਜਿਹੜੀ ਅਸੀਂ ਜਿਹਦੇ 'ਤੇ ਫੋਕਸ ਕਰਦੇ ਹਾਂ ਐਜ਼ ਅ ਪਲਮੋਲੋਜਿਸਟ, ਉਹਨੂੰ ਅਸੀਂ ਕਹਿੰਦੇ ਹਾਂ ਆਬਸਟਰਕਟਿਵ ਸਲੀਪ ਐਪਨੀਆ, ਨੀਂਦ 'ਚ ਸਾਹ ਦਾ ਬੰਦ ਹੋ ਜਾਣਾ। ਔਰ ਇਸ ਬਿਮਾਰੀ ਦੀ ਜਿਹੜੀ ਅਲਾਮਤ ਹੈ ਉਹਦੇ 'ਚ ਮੇਨ ਅਲਾਮਤ ਖਰਾਟੇ ਦਾ ਆਉਣਾ ਹੈ। ਔਰ ਖਰਾਟੇ ਜਿਹੜੇ ਹੁੰਦੇ ਨੇ ਉਹ ਕੁਝ ਲੋਕਾਂ ਨੂੰ ਹੈਪੀਚੁਅਲ ਵੀ ਹੁੰਦੇ ਨੇ, ਮਤਲਬ ਉਹ ਉਹਨਾਂ ਦੀ ਆਦਤ ਹੁੰਦੀ ਹੈ ਖਰਾਟੇ ਲੈਣ ਦੀ। ਲੇਕਿਨ ਇਹ ਜਿਹੜੇ ਖਰਾਟੇ ਨੇ ਸਲੀਪ ਐਪਨੀਆ ਦੇ, ਇਹਨਾਂ ਦਾ ਬਿਲਕੁਲ ਹੀ ਅੰਦਾਜ਼ ਡਿਫਰੈਂਟ ਹੁੰਦਾ ਹੈ। ਇਹ ਲੋਕ ਅਕਸਰ ਸਾਡੇ ਕੋਲ ਸਵਾਲ ਪੁੱਛਦੇ ਨੇ ਕਿ ਡਾਕਟਰ ਸਾਹਿਬ ਮੈਂ ਤੇ ਕਦੋਂ ਦਾ ਖਰਾਟੇ ਲੈ ਰਿਹਾ, ਕੀ ਇਹ ਸਲੀਪ ਐਪਨੀਆ ਹੈ ਕਿ ਨਹੀਂ ਹੈ? ਤੇ ਅਕਸਰ ਅਸੀਂ ਉਹਨਾਂ ਨੂੰ ਦੱਸਦੇ ਹਾਂ ਕਿ ਜੇ ਤੁਸੀਂ ਤੁਹਾਡੇ ਖਰਾਟੇ ਇੱਕ ਰਿਦਮ 'ਚ ਆਉਂਦੇ ਨੇ, ਕਿ ਜੇ ਆ ਰਹੇ ਨੇ ਕਨਸਟੈਂਟਲੀ ਇੱਕ ਰਿਦਮ 'ਚ, ਤੇ ਇਹ ਨਾਰਮਲ ਹੈਬਿਚੁਅਲ ਹੈ। ਲੇਕਿਨ ਜੇ ਖਰਾਟਾ ਤੁਹਾਡਾ ਇਸ ਕਿਸਮ ਦਾ ਹੈ ਕਿ ਤੁਸੀਂ ਖਰਾਟੇ ਲੈਂਦੇ ਯਕਦਮ ਮਤਲਬ ਤੇਜ਼ ਹੋ ਕੇ ਰੁਕੇਗਾ, ਰੁਕਣ ਤੋਂ ਬਾਅਦ ਤੁਹਾਡੀ ਸਾਰੀ ਬਾਡੀ ਹਿਲ ਜਾਏਗੀ, ਪੂਰਾ ਜਿਸਮ ਹਿਲੇਗਾ, ਤੁਸੀਂ ਉੱਠ ਕੇ ਬੈਠ ਜਾਓਗੇ, ਕਰਵਟ ਲੈ ਲਓਗੇ, ਤੁਹਾਡੀ ਲੱਤ ਹਿਲੇਗੀ ਜਾਂ ਹੱਥ ਹਿਲੇਗੀ, ਤੇ ਇਹਦਾ ਮਤਲਬ ਹੈ ਇਹ ਉਹ ਖਰਾਟਾ ਹੈ ਜਿਹੜਾ ਤੁਹਾਡੀ ਨੀਂਦ ਨੂੰ ਡਿਸਟਰਬ ਕਰ ਰਿਹਾ ਹੈ। ਇਹ ਯੂਜੂਅਲੀ ਉਸ ਟਾਈਮ ਆਉਂਦਾ ਜਦੋਂ ਤੁਸੀਂ ਗਹਿਰੀ ਨੀਂਦ 'ਚ ਚਲੇ ਜਾਂਦੇ ਹੋ। ਫਿਰ ਇਹ ਕਿਉਂਕਿ ਕਨਸਟੈਂਟਲੀ ਇੱਕ ਸਾਈਕਲ ਤੁਹਾਡਾ ਚੱਲਦਾ ਹੈ ਕਿ ਤੁਸੀਂ ਨੀਂਦ ਹਲਕੀ ਨੀਂਦ ਤੋਂ ਗਹਿਰੀ ਨੀਂਦ ਦੇ ਵਿੱਚ ਜਾਂਦੇ ਹੋ, ਲੇਕਿਨ ਗਹਿਰੀ ਨੀਂਦ ਤੁਹਾਡੀ ਮੁਸ਼ਕਿਲ ਨਹੀਂ ਹੋ ਸਕਦੀ, ਤੁਹਾਨੂੰ ਖਰਾਟੇ ਆਉਂਦੇ ਨੇ, ਇਸ ਵਜ੍ਹਾ ਤੋਂ ਤੁਸੀਂ ਗਹਿਰੀ ਨੀਂਦ 'ਚ ਜਾ ਹੀ ਨਹੀਂ ਪਾਉਂਦੇ। ਫਿਰ ਹੁੰਦਾ ਕੀ ਹੈ ਕਿ ਬੰਦਾ ਦਿਨ ਦੇ ਟਾਈਮ ਜਦੋਂ ਵੀ ਉਹਨੂੰ ਥੋੜਾ ਜਿਹਾ ਮੌਕਾ ਮਿਲਦਾ ਹੈ, ਉਹ ਬੈਠਦਾ ਹੈ ਤੇ ਉਹਨੂੰ ਨੀਂਦ ਆਉਣਾ ਸ਼ੁਰੂ ਹੋ ਜਾਂਦੀ। ਉਹ ਬੰਦਾ ਬੇਸਿਕਲੀ ਇਹ ਸਮਝਦਾ ਹੈ ਕਿ ਡਾਕਟਰ ਸਾਹਿਬ ਮੈਨੂੰ ਤੇ ਨੀਂਦ ਠੀਕ ਆ ਰਹੀ, ਮੈਂ ਤਾਂ ਬਲਕਿ ਹਰ ਟਾਈਮ ਸੌਂਦਾ ਰਹਿੰਦਾ, ਲੇਕਿਨ ਉਹਦਾ ਜਿਹੜਾ ਪਾਰਟਨਰ ਹੁੰਦਾ ਉਹ ਕਹਿੰਦਾ ਡਾਕਟਰ ਸਾਹਿਬ ਮੈਂ ਤੇ ਮਕਸਦ ਸਮਝਦੇ ਕਿ ਸ਼ਾਇਦ ਇਹਨਾਂ ਦਾ ਆਖਰੀ ਸਾਹ ਹੈ, ਇਹ ਤੇ ਬਿਲਕੁਲ ਵੀ ਨਹੀਂ ਉੱਠਦੇ, ਮੈਂ ਫਿਰ ਇਹਨਾਂ ਨੂੰ ਹਿਲਾਉਂਦੀ ਹਾਂ ਤੇ ਉੱਠ ਕੇ ਕਰਵਟ ਲੈਂਦੇ ਨੇ ਤੇ ਠੀਕ ਹੁੰਦੇ ਨੇ। ਬੜੀਆਂ ਘਰ 'ਚ ਲੜਾਈਆਂ ਪੈਂਦੀਆਂ ਬਿਲਕੁਲ ਨਹੀਂ, ਤੁਸੀਂ ਜਿਹੜੇ ਨਾਲ ਇਹਦੇ 'ਚ ਡਾਈਵੋਰਸ ਹੋ ਜਾਂਦੀ। ਇਟਸ ਵੈਰੀ ਕਾਮਨ ਅਨਫੋਰਚੂਨੇਟਲੀ, ਕਿ ਲੋਕਾਂ ਨੂੰ ਆਈਡੀਆ ਨਹੀਂ ਹੈ। ਉਹਦੀ ਫਿਰ ਵਜੂਹਤ ਇਹ ਕਿ ਇਹਦਾ ਜਿਹੜਾ ਸੈਟਅਪ ਹੈ ਦੈਟ ਇਜ਼ ਵੈਰੀ ਕਾਸਟਲੀ। ਇਨ ਪੰਜਾਬ ਇਹਦਾ ਜਿਹੜਾ ਪਹਿਲਾ ਸੈਟਅਪ ਅਸੀਂ ਲਾਇਆ ਜਨਾਬ ਹਸਪਤਾਲ 'ਚ, ਉਹ ਡੋਨੇਸ਼ਨ ਤੋਂ ਲਾਇਆ, ਅਨਫੋਰਚੂਨੇਟਲੀ ਉਹ ਅੱਗੇ ਨਹੀਂ ਵੱਧ ਸਕਿਆ। ਫਿਰ ਜਨਰਲ 'ਚ ਮੈਂ ਆ ਗਿਆ ਤੇ ਇੱਥੇ ਸਾਡਾ ਇੱਕ ਸਟੇਟ ਆਫ ਦਾ ਆਰਟ ਸੈਟਅਪ ਚੱਲ ਰਿਹਾ ਹੈ। ਪ੍ਰਾਈਵੇਟਲੀ ਮੇਰਾ ਸੈਟਅਪ ਚੱਲ ਰਿਹਾ ਫॉर द ਲਾਸਟ ਆਲਮੋਸਟ 7 years। ਬਟ ਪ੍ਰੋਬਲਮ ਇਹ ਹੈ ਕਿ ਤੁਸੀਂ ਜਦੋਂ ਟੈਸਟ ਵਾਸਤੇ ਆਉਂਦੇ ਹੋ, ਇਹਦੇ ਟੈਸਟ ਦੀ ਜਿਹੜੀ ਕਾਸਟ ਹੈ ਉਹ ਜ਼ਿਆਦਾ ਹੈ। ਅੱਛਾ, ਇਸ ਕਾਸਟ ਦੀ ਵਜ੍ਹਾ ਤੋਂ ਲੋਕੀ ਯੂਜੂਲੀ ਇਸ ਤਰਫ ਡਾਈਵਰਟ ਨਹੀਂ ਹੋ ਪਾਏ। ਇਹ 10 ਸਾਲ 11 ਤਕਰੀਬਨ 11 ਸਾਲ ਹੋ ਗਏ ਨੇ ਸਪੈਸ਼ਲਿਟੀ ਨੂੰ, ਲੇਕਿਨ ਮੈਂ ਸਮਝਦਾ ਕਿ ਅਨਫੋਰਚੂਨੇਟਲੀ ਪਾਕਿਸਤਾਨ ਤੇ ਇਹ ਸਪੈਸ਼ਲਿਟੀ ਐਕਸੈਲ ਹੀ ਨਹੀਂ ਕਰੀ। ਤੁਸੀਂ ਵੀ ਇਹਨੂੰ ਸ਼ਾਇਦ ਪਹਿਲੀ ਦਫਾ ਸੁਣਿਆ ਹੋਗਾ ਕਿ ਕੀ ਬਿਮਾਰੀ ਹੋ ਗਈ ਖਰਾਟੇ, ਤੇ ਬੜਾ ਇੱਕ ਨਾਰਮਲ ਜੀ ਪ੍ਰੋਬਲਮ ਹੈ, ਤੇ ਇਹੀ ਆਵਾਮ 'ਚ ਹੈ ਕਿ ਉਸ ਚੀਜ਼ ਬਿਮਾਰੀ ਨੂੰ ਨਹੀਂ ਸਮਝ ਪਾਏ। ਫਿਰ ਜਿਹੜੇ ਸਾਡੀ ਸੀਨੀਅਰ ਲੋਟ ਵੀ ਮੌਜੂਦ ਹੈ, ਬਿਕੋਜ਼ ਉਹਨਾਂ ਦੇ ਟਾਈਮ ਤੇ ਇੱਕ ਬਿਮਾਰੀ ਐਗਜ਼ਿਸਟ ਨਹੀਂ ਕਰਦੀ ਸੀ, ਤੇ ਇਸ ਵਜ੍ਹਾ ਤੋਂ ਉਹਨਾਂ ਦਾ ਟਰਸਟ ਵੀ ਇਸ ਬਿਮਾਰੀ 'ਚ ਉਹਨਾਂ ਨਹੀਂ ਹੈ। ਤੇ ਹੁਣ ਤੀਸਰੀ ਇੰਪੋਰਟੈਂਟ ਚੀਜ਼ ਕਿ ਇਹਦੀ ਸਪੈਸ਼ਲਿਟੀ ਨਹੀਂ ਪਾਕਿਸਤਾਨ 'ਚ, ਯਾਨੀ ਸਲੀਪ ਸਪੈਸ਼ਲਿਟੀ ਪਾਕਿਸਤਾਨ 'ਚ ਨਹੀਂ ਹੈ। ਪਲਮੋਨੋਲੋਜੀ ਹੋਗੀ, ਨਿਫਰੋਲੋਜੀ ਹੋਗੀ, ਕਾਰਡੀਓਲੋਜੀ ਹੋਗੀ। ਤੁਸੀਂ ਅਮਰੀਕਾ ਜਾਓਗੇ ਤੇ ਹਰ ਪਲਮੋਨੋਲੋਜਿਸਟ ਨੂੰ ਸਲੀਪ ਸਪੈਸ਼ਲਾਈਜੇਸ਼ਨ ਕਰਨੀ ਪੈਂਦੀ ਹੈ। ਤੁਸੀਂ ਇੰਡੀਆ 'ਚ ਜਾਓਗੇ ਉਹ ਵੀ ਕਰ ਰਹੇ ਨੇ, ਲੇਕਿਨ ਸਾਡੇ ਮੁਲਕ 'ਚ ਇਹ ਜਿਹੜੀ ਸਪੈਸ਼ਲਿਟੀ ਹੈ ਟੋਟਲੀ ਇਗਨੋਰਡ ਹੈ। ਬਟ ਦਿਸ ਇਜ਼ ਵੈਰੀ ਕਾਮਨ, ਯਾਨੀ ਇਹ ਨਹੀਂ ਸਮਝੋ ਕਿ ਇਹਦੇ ਮਰੀਜ਼ ਨਹੀਂ ਹਨ। ਇਹਦੇ ਮਰੀਜ਼ ਤੁਸੀਂ ਹੁਣ ਨੋਟ ਕਰੋਗੇ ਤੇ ਤੁਹਾਨੂੰ ਆਪਣੇ ਇਰਦ ਗਿਰਦ ਨਜ਼ਰ ਆਉਣਗੇ। ਮਰੀਜ਼ ਯੂਜੂਲੀ ਮੋਟੇ ਮਰੀਜ਼ ਹੁੰਦੇ ਨੇ, ਨਹੀਂ ਤੁਸੀਂ ਗੱਲ ਹੁੰਦੇ ਨੇ, ਔਰ ਉਹਨਾਂ ਦੀ ਗਰਦਨ ਦਾ ਸਾਈਜ਼ ਯੂਜੂਲੀ ਜ਼ਿਆਦਾ ਹੁੰਦਾ ਹੈ। ਗਰਦਨ ਕਿਸੇ ਬੰਦੇ ਦੀ ਗਰਦਨ ਦਾ ਸਾਈਜ਼, ਮਰਦ ਦੀ ਮੈਂ ਗੱਲ ਕਰ ਰਿਹਾ, 17.5 ਤੋਂ ਜ਼ਿਆਦਾ ਹੋਏਗਾ, ਜਾਂ ਖਵਾਤੀਨ ਦਾ ਸਾਈਜ਼ ਗਰਦਨ ਦਾ ਸਾਈਜ਼ 16.5 ਤੋਂ ਜ਼ਿਆਦਾ ਹੋਏਗਾ, ਤੇ ਉਹਨਾਂ 'ਚ ਬਿਮਾਰੀ ਹੋਣ ਦੇ ਚਾਂਸਸ ਜ਼ਿਆਦਾ ਹੁੰਦੇ ਨੇ। ਮੋਟਾਪੇ ਦਾ ਨਾਲ ਇਹਦਾ ਡਾਇਰੈਕਟ ਤਾਲੁਕ ਹੈ। ਹੁਣ ਮੋਟਾਪਾ ਵੀ ਸਾਡੇ 'ਚ ਕੰਮ ਹੋਣਾ ਸ਼ੁਰੂ ਹੋ ਗਿਆ। ਸੋ ਇਹ ਬਿਮਾਰੀ ਇਨ ਮਾਈ ਪੁਆਇੰਟ ਆਫ ਵਿਊ ਉਨੀ ਹੀ ਕਾਮਨ ਹੈ ਜਿੰਨੀ ਦਮੇ ਦੀ ਬਿਮਾਰੀ ਸਾਡੀ ਕਾਮਨ ਹੈ। ਬਟ ਇਹਦੀ ਬਿਕੋਜ਼ ਐਕਸਪਰਟੀ ਘੱਟ ਹੈ, ਨੰਬਰ 1, ਨੰਬਰ 2 ਇਹਦੇ ਜਿਹੜੀ ਟੈਸਟਿੰਗ ਕੈਪੈਸਿਟੀ ਉਹ ਸਾਡੇ ਕੋਲ ਨਹੀਂ ਹੈ, ਇਸ ਵਜ੍ਹਾ ਤੋਂ ਇਹ ਲੋਕੀ ਆਮ ਮਾਰਕੀਟ 'ਚ ਇਸੇ ਤਰ੍ਹਾਂ ਹੀ। ਅੱਛਾ ਡਾਕਟਰ ਸਾਹਿਬ, ਇਹ ਜੈਨੇਟਿਕਲੀ ਵੀ ਹੁੰਦਾ ਹੈ, ਡੀਐਨਏ 'ਚ ਵੀ ਆਉਂਦੀ ਹੈ? ਵੈਰੀ ਇੰਪੋਰਟੈਂਟ ਜੀ, ਬਿਲਕੁਲ ਇਹ ਜੈਨੇਟਿਕ ਵੀ ਹੁੰਦਾ ਹੈ, ਲੇਕਿਨ ਮੋਸਟਲੀ ਇਹ ਸੈਕੰਡਰੀ ਟੂ ਓਬੈਸਿਟੀ, ਮੋਟਾਪੇ ਦੀ ਵਜ੍ਹਾ ਤੋਂ ਹੁੰਦਾ ਹੈ। ਦੇਖੋ ਸਾਡਾ ਲਾਈਫ ਸਟਾਈਲ ਬੜਾ ਸੈਡੈਂਟਰੀ ਹੋ ਗਿਆ। ਅਸੀਂ ਲੋਕ ਹੁਣ ਜੇ ਕ੍ਰਿਕਟ ਵੀ ਖੇਲਣੀ ਤੇ ਐਕਸਬਾਕਸ ਤੇ ਖੇਲਣੀ, ਐਕਸਰਸਾਈਜ਼ ਨਹੀਂ ਕਰਦੇ, ਮਤਲਬ ਸਾਡੀ ਐਕਟੀਵਿਟੀ ਇਹ ਰਹੀ। ਤੁਸੀਂ ਜਨਰੇਸ਼ਨ ਨੂੰ ਦੇਖੋ, ਸਾਡੇ ਬਾਗ ਕਿੱਥੇ ਰਹੇ ਨੇ, ਸਾਡੇ ਕਿੱਥੇ ਲੋਕੀ ਬਾਹਰ ਜਾ ਕੇ ਖੇਲਦੇ ਨੇ, ਉਹ ਕਨਸੈਪਟ ਬਿਲਕੁਲ ਖਤਮ ਹੋ ਗਿਆ। ਸੋ ਓਬੈਸਿਟੀ ਪਾਕਿਸਤਾਨ 'ਚ ਬਹੁਤ ਜ਼ਿਆਦਾ ਤੇਜ਼ੀ ਨਾਲ ਵੱਧ ਰਹੀ ਹੈ। ਇਹ ਬੱਚਿਆਂ 'ਚ ਵੀ ਇਹ ਹਾਲਾਤ ਨੇ। ਤੇ ਜਦੋਂ ਤੁਹਾਡਾ ਗਰਦਨ ਦਾ ਸਾਈਜ਼ ਵੱਡਾ ਹੋ ਜਾਂਦਾ ਹੈ, ਮੈਂ 17.5 ਦੀ ਗੱਲ ਕਰ ਰਿਹਾ, ਇੱਕ ਨਾਰਮਲ ਬਾਡੀ ਦਾ ਸਲੀਪ ਦਾ ਪੈਟਰਨ ਇਹ ਹੈ ਕਿ ਉਹ 90 ਮਿੰਟ ਤੋਂ ਬਾਅਦ ਸ਼ੁਰੂ ਦਾ ਸਾਈਕਲ ਹੈ, ਉਹ ਤੁਹਾਨੂੰ ਪੈਰਾਲਾਈਜ਼ ਕਰ ਦਿੰਦੀ, ਬਿਲਕੁਲ ਮਸਲ ਜਿਹੜੇ ਨੇ ਉਹ ਰਿਲੈਕਸ ਹੋ ਜਾਂਦੇ।
ਇਸ ਟਾਈਮ ਜੇ ਗਰਦਨ ਮੋਟੀ ਹੈ ਤੇ ਮਸਲ ਰਿਲੈਕਸ ਹੋਏਗਾ ਤੇ ਤੁਹਾਡੀ ਜ਼ੁਬਾਨ ਜਿਹੜੀ ਉਹ ਪਿੱਛੇ ਜਾ ਕੇ ਲੱਗਦੀ ਐਂਡ ਅੱਛਾ। ਦੈਟ ਇਜ਼ ਦ ਰੀਜ਼ਨ ਕਿ ਉਹਨੂੰ ਸਾਹ ਉਹਦਾ ਬੰਦ ਹੋ ਜਾਂਦਾ। ਔਰ ਇਹਦਾ ਸਿਰਫ ਇਲਾਜ ਇਹ ਨਹੀਂ ਹੈ ਕਿ ਤੁਸੀਂ ਸਿਰਫ ਇਹਦਾ ਟ੍ਰੀਟਮੈਂਟ ਕਰਾਓਗੇ, ਇਹਦਾ ਇਲਾਜ ਵਜ਼ਨ ਨੂੰ ਘੱਟ ਕਰਨਾ ਵੀ ਹੈ। ਅੱਛਾ ਸਾਨੂੰ ਇਸ ਗੱਲ ਨੂੰ ਸਮਝਦਾ ਹੈ, ਜਿਹੜੀ ਜੰਕ ਫੂਡ ਸਾਡੇ ਵਿੱਚ ਬੜੀ ਕਾਮਨ ਹੋ ਗਈ ਹੈ ਅਨਫੋਰਚੂਨੇਟਲੀ। ਸਾਡੀ ਮਾਵਾਂ ਦਾ ਵੀ ਹੁਣ ਇੱਕ ਕਨਸੈਪਟ ਹੈ, ਵਰਕਿੰਗ ਵੂਮਨ ਹੈ ਨੇ ਕਿ ਉਹ ਜਲਦੀ ਈਜ਼ੀਲੀ ਅਵੇਲੇਬਲ ਹੋ ਜਾਂਦੀ, ਫਿਰ ਤੁਸੀਂ ਐਡ ਵੀ ਦੇਖਦੇ ਹੋ ਕਿ ਈਜ਼ੀਲੀ ਅਵੇਲੇਬਲ ਹੈ, ਡਿਸਕਾਊਂਟ ਤੇ ਅਵੇਲੇਬਲ ਹੈ। ਤੇ ਇਹ ਕਲਚਰ ਸਾਨੂੰ ਅੰਦਰੋਂ ਅੰਦਰੋਂ ਖਾ ਰਿਹਾ ਹੈ। ਤੇ ਮੈਂ ਤੇ ਸਮਝਦਾ ਕਿ ਮੋਟਾਪੇ ਨੂੰ ਸਾਨੂੰ ਸਮਝਣਾ ਹੈ ਕਿ ਇਹ ਸਾਡੀ ਸਿਹਤ ਦੀ ਇਲਾਮਤ ਨਹੀਂ ਹੈ, ਇਹ ਬਿਮਾਰੀ ਦੀ ਇਲਾਮਤ ਹੈ। ਅੱਛਾ, ਤੁਸੀਂ ਮੈਂ ਇੱਥੋਂ ਐਸੇ ਗੱਲ ਤੋਂ ਇੱਕ ਸਵਾਲ ਮੇਰੇ ਜ਼ਿਹਨ 'ਚ ਉਹ ਐਵੇਂ ਕਿ ਸਾਡੇ ਵੱਡਿਆਂ ਨੂੰ ਜੇ ਤੁਸੀਂ ਦੇਖੋ, ਬਹੁਤ ਮਤਲਬ ਮੇਰੇ ਦਾਦੋ ਖਾਸ ਕਰਕੇ, ਉਹ ਤੇ ਖਰਾਟੇ ਲੈਂਦੇ ਨੇ ਤੇ ਉਹ ਮਤਲਬ ਅੱਜ ਤੋਂ ਨਹੀਂ ਕਈ ਸਾਲਾਂ ਤੋਂ ਉਹਨਾਂ ਦਾ ਇਹ ਸਿਸਟਮ ਹੈ। ਤੇ ਜੇ ਤੁਸੀਂ ਕਹਿ ਰਹੇ ਹੋ ਕਿ ਜਿਹੜਾ ਮਤਲਬ ਬੰਦਾ ਆਪ ਖਰਾਟੇ ਲੈਂਦਾ ਹੈ ਉਹ ਰਿਲੈਕਸ ਨੀਂਦ ਸ਼ਾਇਦ ਨਹੀਂ ਸੌਂਦਾ, ਉਹ ਤੇ ਬੜੇ ਰਿਲੈਕਸ ਨੀਂਦ ਸੌਂਦੇ ਨੇ ਤੇ ਉਹਦੇ ਨਾਲ ਜੋ ਸੁੱਤਾ ਹੁੰਦਾ ਉਹ ਜ਼ਰੂਰ ਡਿਸਟਰਬ ਹੁੰਦਾ। ਇਹਨੂੰ ਥੋੜਾ ਜਿਹਾ ਖਰਾਟੇ ਨੂੰ ਦੇਖੋ, ਰਿਦਮੈਟਿਕ ਖਰਾਟਾ, ਇਹ ਖਰਾਟਾ ਹੈ ਜਿਹੜਾ ਇੱਕ ਕਨਸਟੈਂਟਲੀ ਇੱਕ ਪੇਸ ਤੇ ਚੱਲ ਰਿਹਾ ਹੈ, ਇਹਦਾ ਮਤਲਬ ਹੈ ਉਹ ਰਿਦਮੈਟਿਕ ਹੈ। ਅੱਛਾ, ਉਹਨੂੰ ਤੁਸੀਂ ਗੌਰ ਕਰਨਾ, ਜੇ ਖਰਾਟਾ ਯਕਦਮ ਲੈਂਦੇ ਪੇਸ਼ੈਂਟ ਰੁਕ ਰਿਹਾ ਹੈ, ਇਹਦਾ ਮਤਲਬ ਹੈ ਕਿ ਉਹ ਖਰਾਟਾ ਜਿਹਦੇ ਚ ਉਹਦਾ ਸਾਹ ਬੰਦ ਹੋ ਰਿਹਾ ਹੈ, ਸਾਹ ਦੀ ਪ੍ਰੋਬਲਮ। ਤੇ ਜੇ ਕਾਫੀ ਸਾਲਾਂ ਤੋਂ ਵਿਦ ਦ ਪੈਸੇਜ ਆਫ ਟਾਈਮ ਇੰਨਾ ਵੱਧ ਜਾਂਦਾ ਹੈ ਕਿ ਬਿਲੀਵ ਮੀ অর ਨਾਟ ਕਿ ਪੇਸ਼ੈਂਟ ਸਾਡੇ ਨਾਲ ਗੱਲ ਕਰ ਰਿਹਾ ਹੁੰਦਾ ਤੇ ਗੱਲ ਕਰਦੇ ਕਰਦੇ ਪੇਸ਼ੈਂਟ ਸੋ ਜਾਂਦਾ। ਇਹ ਹਾਲਾਤ ਤੇ ਅੱਛਾ, ਰਿਦਮੈਟਿਕ ਹੋਏ ਤੇ ਨਾਰਮਲ ਕੰਸੀਡਰ ਹੋਏਗਾ। ਜੇ ਉਹਦੇ ਚ ਐਪਨੀਆ, ਰੁਕਣਾ, ਸਾਹ ਬੰਦ ਹੋਣਾ ਤੁਹਾਨੂੰ ਆਬਜ਼ਰਵ ਹੋ ਜਾਏ, ਔਰ ਆਬਜ਼ਰਵ ਹੁੰਦਾ ਹੈ, ਪਾਰਟਨਰ ਕੀ ਕਹਿੰਦਾ ਕਿ ਡਾਕਟਰ ਸਾਹਿਬ ਮੈਂ ਇਹਨੂੰ ਕਰਵਟ ਦਿਲਾ ਦਿੰਦੀ, ਜਾਂ ਮੈਂ ਇਹਨੂੰ ਕਹਿੰਦਾ ਕਿ ਤੁਸੀਂ ਉੱਠ ਕੇ ਬੈਠ ਜਾਓ, ਔਰ ਪੇਸ਼ੈਂਟ ਕਹਿੰਦਾ ਕਿ ਡਾਕਟਰ ਸਾਹਿਬ ਮੈਨੂੰ ਫੀਲ ਹੁੰਦਾ ਮੇਰਾ ਸਾਹ ਬੰਦ ਹੋ ਗਿਆ ਤੇ ਮੈਂ ਜਦੋਂ ਉੱਠ ਕੇ ਬੈਠਿਆ ਤਾਂ ਆਈ ਫੀਲ ਬੈਟਰ। ਅੱਛਾ, ਦਿਸ ਇਜ਼ ਦ ਮੋਸਟ ਇੰਪੋਰਟੈਂਟ ਪੁਆਇੰਟ। ਦੇਖੋ ਤੁਸੀਂ ਇੰਨਾ ਮਹਿੰਗਾ ਟੈਸਟ ਕਰਨਾ ਹੈ, ਤੁਹਾਡੇ ਕੋਲ ਉਸ ਤੋਂ ਪਹਿਲੇ ਕੋਈ ਚੀਜ਼ ਹੀ ਐਸੀ ਨਹੀਂ ਹੈ। ਅਸੀਂ ਤਾਂ ਯੂਜੂਅਲੀ ਇਹ ਵੀ ਕਹਿੰਦੇ ਕਿ ਖਰਾਟੇ ਦੀ ਜਿਹੜੀ ਵਾਇਸ ਉਹਨੂੰ ਰਿਕਾਰਡ ਕਰ ਲਓ, ਉਹਦੀ ਵੀਡੀਓ ਬਣਾ ਲਓ, ਉਹਦੇ ਸਾਨੂੰ ਆਈਡੀਆ ਹੋ ਜਾਂਦਾ ਹੈ ਕਿ ਇਹ ਐਪ ਨਹੀਂ ਹੈ ਤੇ ਇਹਨੂੰ ਇਨਵੈਸਟੀਗੇਟ ਅੱਗੇ ਕਰਨਾ ਚਾਹੀਦਾ। ਠੀਕ ਹੈ। ਅੱਛਾ ਡਾਕਟਰ ਸਾਹਿਬ, ਗ੍ਰੈਜੂਅਲੀ ਵੱਧਦਾ ਵੀ ਜਾਂਦਾ ਜਾਂ ਇੱਕ ਕਾਂਸਟੈਂਟ ਪੇਸ ਦੇ ਵਿੱਚ ਇਹ ਬਿਮਾਰੀ ਰਹਿੰਦੀ ਹੈ? ਦੂਸਰਾ ਇੱਕ ਇਹ ਵੀ ਚੀਜ਼ ਦੱਸਣਾ ਕਿ ਮਜ਼ੀਦ ਕੀ ਕੰਪਲਿਕੇਸ਼ਨਸ ਹੁੰਦੀਆਂ ਨੇ ਬਾਡੀ ਦੇ ਵਿੱਚ ਅਗਰ ਤੁਹਾਨੂੰ ਇਸ ਤਰ੍ਹਾਂ ਦੇ ਅਜੀਬੋ-ਗਰੀਬ ਖਰਾਟੇ ਆ ਰਹੇ ਨੇ, ਸਾਹ ਬੰਦ ਹੋ ਰਿਹਾ ਹੈ? ਬਹੁਤ ਇੰਪੋਰਟੈਂਟ ਸਵਾਲ ਬਾਜਾ ਸਾਹਿਬ ਤੁਸੀਂ ਪੁੱਛਿਆ। ਮੈਂ ਇਸ ਬਿਮਾਰੀ ਨੂੰ ਕਹਿੰਦਾ ਮਦਰ ਆਫ ਆਲ ਡਿਜ਼ੀਜ਼ਸ ਹੈ, ਆਲ ਮੈਟਾਬੋਲਿਕ ਡਿਜ਼ੀਜ਼। ਅੱਛਾ, ਹੁੰਦਾ ਇਸ ਤਰ੍ਹਾਂ ਕਿ ਪੇਸ਼ੈਂਟ ਕਿਉਂਕਿ ਓਬੀਜ਼ ਹੋ ਗਿਆ, ਪਹਿਲਾ ਉਹਦਾ ਪ੍ਰੀ ਰੈਕੁਇਜ਼ਿਟ ਹੈ ਕਿ ਪੇਸ਼ੈਂਟ ਦਾ ਮੋਟਾਪਾ ਉਹਦੇ 'ਚ ਹੋਣਾ ਜ਼ਰੂਰੀ ਹੈ। ਮੋਟਾਪਾ ਹੋਣ ਤੋਂ ਬਾਅਦ ਜਦੋਂ ਉਹਦਾ ਮੈਂ ਤੁਹਾਨੂੰ ਦੱਸ ਰਿਹਾ ਕਿ ਸਾਹ ਬੰਦ ਹੁੰਦਾ ਹੈ ਤੇ ਐਟ ਦੈਟ ਟਾਈਮ ਵਾਟ ਇਜ਼ ਗੋਇੰਗ ਔਨ ਹੁੰਦਾ ਇਹ ਕਿ ਉਹਦਾ ਆਕਸੀਜਨ ਲੈਵਲ ਡ੍ਰੌਪ ਹੁੰਦਾ ਹੈ। ਆਕਸੀਜਨ ਲੈਵਲ ਬਾਜ਼ੋਕਾਤ ਨਾਰਮਲੀ ਸਾਨੂੰ ਚਾਹੀਦਾ ਹੈ 92, 92, 94, ਉਹਦੇ 'ਚੋਂ ਘੱਟ ਹੁੰਦਾ 40 ਤੱਕ ਆ ਜਾਂਦਾ ਹੈ। ਅੱਛਾ, ਜਦੋਂ ਇੰਨਾ ਆਕਸੀਜਨ ਲੈਵਲ ਘੱਟ ਹੋ ਜਾਂਦਾ ਹੈ ਤੇ ਤੁਹਾਡਾ ਜਿਹੜਾ ਐਮਰਜੈਂਸੀ ਦੇ ਹਾਰਮੋਨ ਨੇ ਉਹ ਰਿਲੀਜ਼ ਹੁੰਦੇ ਨੇ, ਉਹਦੀ ਵਜ੍ਹਾ ਤੋਂ ਦਿਲ ਦੀ ਰਫ਼ਤਾਰ ਤੇਜ਼ ਹੋ ਜਾਂਦੀ ਹੈ, ਉਹਦੀ ਵਜ੍ਹਾ ਤੋਂ ਬਲੱਡ ਪ੍ਰੈਸ਼ਰ ਹੋ ਜਾਂਦਾ ਹੈ, ਉਹਦੀ ਵਜ੍ਹਾ ਤੋਂ ਸ਼ੂਗਰ ਹੋ ਜਾਂਦਾ ਹੈ, ਔਰ ਇਹਨਾਂ ਸਾਰੀ ਬਿਮਾਰੀਆਂ ਦੀ ਵਜ੍ਹਾ ਤੋਂ ਮਰੀਜ਼ ਨੂੰ ਸ਼ੂਗਰ ਵੀ ਹੋਏਗੀ, ਬਲੱਡ ਪ੍ਰੈਸ਼ਰ ਵੀ ਹੋਏਗਾ। ਫਿਰ ਮਰੀਜ਼ ਕਿਉਂਕਿ ਇੱਕ ਸਾਈਕਲ 'ਚ ਫਸ ਗਿਆ, ਹੁਣ ਉਹ ਕੰਮ ਤੇ ਕਰਦਾ ਨਹੀਂ ਹੈ। ਹੁਣ ਜਦੋਂ ਵੀ ਉਹ ਥੋੜਾ ਜਿਹਾ ਵੀ ਮੂਵਮੈਂਟ ਕਰੇਗਾ, ਉਹਨੂੰ ਥਕਾਵਟ ਹੋਏਗੀ, ਉਹ ਕੋਸ਼ਿਸ਼ ਕਰਦਾ ਹੈ ਕਿ ਉਹ ਆਪਣੇ ਆਪ ਨੂੰ ਬੈਡ ਬਾਉਂਡ ਕਰ ਲੇ, ਤੇ ਉਹ ਸਾਈਕਲ 'ਚ ਫਸ ਗਿਆ। ਹੁਣ ਮਰੀਜ਼ ਮੋਟਾ ਹੋਣਾ ਸ਼ੁਰੂ ਹੋ ਜਾਏਗਾ, ਮਰੀਜ਼ ਨੂੰ ਡਿਪਰੈਸ਼ਨ ਸ਼ੁਰੂ ਹੋ ਜਾਏਗਾ, ਆਪਣਾ ਕੰਮ ਨਹੀਂ ਕਰ ਪਾਏਗਾ। ਜਿਹੜੇ ਕੋਈ ਅਕਾਊਂਟੈਂਟ ਨੇ ਉਹ ਆਪਣੀ ਕੈਲਕੂਲੇਸ਼ਨ ਨਹੀਂ ਕਰ ਪਾਉਂਦੇ। ਸੋ ਦਿਸ ਇਜ਼ ਸੋ ਕਾਮਨ। ਆਈ ਮੈਟ ਅ ਜੱਜ, ਮੈਨੂੰ ਇੱਕ ਜੱਜ ਮਿਲਿਆ, ਜੱਜ ਸਾਹਿਬ ਰਿਟਾਇਰ ਹੋ ਗਏ ਨੇ। ਉਹ ਕਹਿੰਦੇ ਡਾਕਟਰ ਸਾਹਿਬ ਜਦੋਂ ਮੁਕੱਦਮਾ ਸ਼ੁਰੂ ਹੁੰਦਾ ਨਾ ਤੇ ਮੈਂ ਸੋ ਜਾਂਦਾ, ਜਦੋਂ ਉਹ ਸੁਣਾ ਲੈਂਦਾ ਤੇ ਮੈਨੂੰ ਨਾਲ ਵਾਲਾ ਜਗਾਉਂਦਾ ਕਿ ਮੁਕੱਦਮਾ ਖਤਮ ਹੋ ਗਿਆ। ਤੇ ਇਹ ਵੀ ਕੰਮ ਹੋਇਆ, ਠੀਕ ਹੈ। ਤੇ ਜਿਹੜਾ ਕੋਈ ਬੈਂਕਰ ਹੈ, ਉਹ ਬੈਂਕਰ ਚੈੱਕ ਉਹਦੇ ਕੋਲ ਨਹੀਂ ਕੈਲਕੂਲੇਸ਼ਨ ਹੋ ਪਾਉਂਦੀ। ਸੋ ਦਿਸ ਇਜ਼ ਸੋ ਇੰਪੋਰਟੈਂਟ ਕਿ ਇੰਪੋਰਟੈਂਟ ਤੁਸੀਂ ਅਸਲ 'ਚ ਬੇਸਿਕਲੀ ਅਸੀਂ ਸਲੀਪ ਨੂੰ ਨਹੀਂ ਸਮਝਦੇ। ਸਲੀਪ ਜਿਹੜੀ ਹੈ ਇਹ ਸਾਡਾ ਇੱਕ ਇੰਪੋਰਟੈਂਟ ਵਾਈਟਲ ਸਾਈਨ। ਤੁਸੀਂ ਦੇਖੋ, ਤੁਹਾਨੂੰ ਪਤਾ ਨਬਜ਼ ਤੇਜ਼ ਹੋ ਰਹੀ ਹੈ, ਘੱਟ ਹੋ ਰਹੀ ਹੈ, ਨਬਜ਼ ਨੂੰ 60 ਹੋਣਾ ਚਾਹੀਦਾ, 100 ਹੋਣਾ ਚਾਹੀਦਾ, ਸਾਹ ਦੀ ਰਫ਼ਤਾਰ ਨੂੰ 12 ਹੋਣਾ ਚਾਹੀਦਾ, 20 ਹੋਣਾ ਚਾਹੀਦਾ। ਤੁਸੀਂ ਸਲੀਪ ਨੂੰ ਨਹੀਂ ਸੋਚਿਆ। ਸਲੀਪ ਇੱਕ ਅਡਲਟ ਦੀ 6 ਤੋਂ 8 ਘੰਟੇ ਕਨਸਟੈਂਟਲੀ ਇੱਕ ਮੁਸਤਕਿਲ ਟਾਈਮ, ਇੱਕ ਕਨਸਟੈਂਟ ਟਾਈਮ ਬਗੈਰ ਇੰਟਰਪਸ਼ਨ ਤੋਂ ਹੋਣੀ ਚਾਹੀਦੀ। ਤੁਸੀਂ 2-3 ਘੰਟੇ ਸੌਂਦੇ ਹੋ, ਫਿਰ WhatsApp ਤੇ ਅਪਡੇਟ ਕਰ ਦਿੰਦੇ ਹੋ, ਕਿ ਸੋਸ਼ਲ ਮੀਡੀਆ ਤੇ ਅਪਡੇਟ ਕਰ ਦਿੰਦੇ ਹੋ ਅਸੀਂ ਤੇ ਮੈਂ ਸੋ ਗਿਆ। ਤੇ ਅਸੀਂ ਤੇ ਉਹ ਆਪਣੀ ਸਲੀਪ ਨੂੰ ਬਿਲਕੁਲ ਬੇਰਾਗਰਕ ਕਰ ਲਿਆ। ਤੇ ਅਸੀਂ ਸਲੀਪ ਔਰ ਸਲੀਪ ਦੀ ਇੰਪੋਰਟੈਂਸ ਕੀ ਹੈ, ਕਿਉਂ ਹੋਣੀ ਚਾਹੀਦੀ ਹੈ? ਤੁਸੀਂ ਅਕਸਰ ਨੋਟ ਕੀਤਾ, ਅਕਸਰ ਵਾਕਿਆ ਤੁਹਾਨੂੰ ਸੁਣੇ ਹੋਣਗੇ ਕਿ ਉਹ ਬੰਦੇ ਨੂੰ ख्वाब ਆਇਆ, ਉਹ ख्वाब 'ਚ ਉਸ ਬੰਦੇ ਨੇ ਆਪਣੀ ਜਿਹੜੀ ਪ੍ਰੋਬਲਮ ਸੀ ਉਹਨੂੰ ਸੋਲਵ ਕਰ ਲਿਆ। ਦਿਸ ਇਜ਼ ਐਬਸੋਲੂਟਲੀ ਰਾਈਟ। ਜਦੋਂ ਤੁਹਾਨੂੰ ਗਹਿਰੀ ਨੀਂਦ ਆਉਂਦੀ, ਉਸ ਗਹਿਰੀ ਨੀਂਦ 'ਚ ਤੁਹਾਡੇ ਦਿਨ ਦੇ ਜਿੰਨੇ ਵੀ ਪ੍ਰੋਬਲਮ ਨੇ, ਉਸ ਗਹਿਰੀ ਨੀਂਦ 'ਚ ਉਹ ਬ੍ਰੇਨ ਸੋਲਵ ਕਰਨ ਦੀ ਕੋਸ਼ਿਸ਼ ਕਰਦਾ। ਜਿੰਨੀਆਂ ਵੀ ਗੱਲਾਂ ਸੀ ਤਕਰੀਬਨ ਅਸੀਂ ਕਵਰ ਕੀਤੀਆਂ ਨੇ, ਨੀਂਦ ਦੇ ਨਾਲ ਵੀ, ਨੀਂਦਰ ਦੇ ਨਾਲ ਵੀ, ਉਹ ਸਾਰੀਆਂ ਚੀਜ਼ਾਂ। ਫਿਰ ਕਿਸੇ ਪ੍ਰੋਗਰਾਮ ਵਿੱਚ ਤੁਹਾਨੂੰ ਦਾਵਤ ਦਾਂਗੇ, ਹੋਰ ਢੇਰ ਗੱਲਾਂ ਕਰਾਂਗੇ। ਬਹੁਤ ਸ਼ੁਕਰੀਆ, ਬਹੁਤ ਮਿਹਰਬਾਨੀ ਜੀ। ਨਾਜ਼ਰੀਨ, ਹੁਣ ਵੇਲਾ ਹੋ ਗਿਆ ਇੱਕ ਨਿੱਕੀ ਜੀ ਬ੍ਰੇਕ ਦਾ। ਬ੍ਰੇਕ ਅਲਵਾਦ ਨੇ, ਮੁੜ ਕੇ ਵਾਪਸ ਆਉਂਦੇ ਹਾਂ। ਜੀ ਨਾਜ਼ਰੀਨ, ਇੱਕ ਵਾਰ ਫਿਰ ਤੁਹਾਨੂੰ ਪ੍ਰੋਗਰਾਮ ਵਿੱਚ ਜੀ ਆਇਆਂ ਨੂੰ ਕਹਿੰਦੇ ਆ। ਤੁਹਾਡਾ ਆਪਣਾ ਮਨਪਸੰਦ ਪ੍ਰੋਗਰਾਮ ਅੱਜ ਦਾ ਮਹਿਮਾਨ ਤੇ ਮੈਂ ਤੁਹਾਡੀ ਆਪਣੀ ਹੋਸਟ ਸੋਨੀਆ ਸ਼ੇਖ ਤੇ ਅਲੀ ਉਸਮਾਨ ਬਾਜਵਾ ਵੀ ਮੇਰੇ ਨਾਲ ਮੌਜੂਦ ਨੇ।
ਤੇ ਹੁਣ ਵੇਲਾ ਹੋਇਆ ਸਾਡੇ ਦੂਜੇ ਸੈਗਮੈਂਟ ਦਾ ਤੇ ਸਾਡੇ ਸਭ ਤੋਂ ਅਹਿਮ ਸੈਗਮੈਂਟ ਦਾ ਤੇ ਤੁਹਾਡੇ ਮਨਪਸੰਦ ਸੈਗਮੈਂਟ ਦਾ, ਸੂਫੀਜ਼ਮ ਦੇ ਸੈਗਮੈਂਟ ਦਾ। ਤੇ ਹਮੇਸ਼ਾ ਦੀ ਤਰ੍ਹਾਂ ਸਾਡੇ ਨਾਲ ਸਾਡੇ ਸੂਫੀ ਸਕਾਲਰ ਮੌਜੂਦ ਨੇ, ਤੁਸੀਂ ਜਾਣਦੇ ਹੋ ਕੌਣ ਨੇ, ਫਿਰ ਵੀ ਇੱਕ ਵਾਰ ਉਹਨਾਂ ਨੂੰ ਪ੍ਰੋਗਰਾਮ ਵਿੱਚ ਜੀ ਆਇਆਂ ਨੂੰ ਕਹਿੰਦੇ ਆ, ਡਾਕਟਰ ਸੁਗਰਾ ਸਦਫ ਸਾਹਿਬਾ। ਤੇ ਨੌਸ਼ਾ ਗੰਜਬਖਸ਼ ਸਾਹਿਬ ਦੇ ਬਾਰੇ ਅੱਜ ਅਸੀਂ ਡਾਕਟਰ ਸਾਹਿਬ ਅਸੀਂ ਗੱਲ ਕਰਨੀ ਹੈ। ਤੇ ਪਹਿਲੇ ਤਾਂ ਉਹਨਾਂ ਦੀ ਮੁੱਢਲੀ ਹਯਾਤੀ ਦੇ ਬਾਰੇ ਅਸੀਂ ਦੱਸ ਲਈ ਆਪਣੀ ਲੋਕਾਈ ਨੂੰ, ਨਾਜ਼ਰੀਨ ਨੂੰ ਥੋੜਾ ਜਿਹਾ ਉਹਨਾਂ ਦਾ ਇੰਟਰੋ ਕਰਾ ਲਈਏ। जी बहुत शुक्रिया हज़रत नौशा गंज बख्श, जिन्हों का नाम हाजी मुहम्मद है, लेकिन वो उन्होंने जानिया जाता है नौशा गंज बख्श के हवाले नाल। इन्हां दी मुख्तलिफ रवायात ने, इन्हां दी तारीख पैदाइश के हवाले नाल, वफात के हवाले नाल और दफन करने के हवाले नाल, क्योंकि जिथे इन्हां दा रोज़ा मुबारक है उत्थे 3 वारी जनाब दा सलाब आ चुके हैं। अच्छा। ते ये जड़ियां रवायात ने मुख्तलिफ, उन्हां दे मुताबिक असीं जिस रवायत नूं मुस्तनिद समझने आ ਉਹਦੇ ਵਿੱਚ ਇਹ ਕਿ 1605 ਵਿੱਚ ਪੈਦਾ ਹੋਏ ਨੇ ਔਰ 1691 ਚ ਫੌਤ ਹੋਏ ਨੇ। ਯਾਨੀ ਇਹ ਜਹਾਂਗੀਰ ਦੇ ਦੌਰ ਚ ਪੈਦਾ ਹੋਏ ਨੇ ਔਰ ਔਰੰਗਜ਼ੇਬ ਦੇ ਦੌਰ ਚ ਇੰਤਕਾਲ ਕੀਤਾ। ਔਰ ਜਹਾਂਗੀਰ ਜਿਹੜਾ ਸ਼ਾਹਜਹਾਨ ਇਹਨਾਂ ਨੂੰ ਮਿਲਣ ਆਇਆ ਹੈ, ਵੈਸੇ ਤਾਂ ਇਹਨਾਂ ਦੇ ਦਰਬਾਰਾਂ ਨਾਲ ਕੋਈ ਐਸੀ ਉਹ ਰਹੀ ਨਹੀਂ, ਕੋਈ ਤਜ਼ਕਰਾ ਮਿਲਦਾ ਨਹੀਂ, ਲੇਕਿਨ ਇੱਕ ਵਾਰੀ ਇਹਨਾਂ ਨੇ ਕੋਈ ਐਸੀ ਦੁਆ ਕੀਤੀ ਤੇ ਜਿਹਦੇ ਬਾਅਦ ਸ਼ਾਹਜਹਾਨ ਇਹਨਾਂ ਨੂੰ ਖੁਦ ਮਿਲਣ ਆਇਆ। और ये साढ़े नेड़े ही मतलब तहसील फालिया और गुजरात और ये सारे सराउंडिंग्स, इन्हों के जोड़े वडके सन वो जिला जेलम च रहिंदे सन। और जिस तरह मैं होर गल्लां दे हवाले नाल दस्सिया ने कि कई रवायतां ने, इस तरह भी ने कि कुछ लोग कहते सैयद ने, कुछ कहते हैं अलवी ने, कुछ कहते हैं खोखर ने, लेकिन ज़्यादातर जोड़े लोग ने उन्होंने इतफाक इस गल ते है कि राजपूत ने। और जेलम के इलाके वैसे तुसीं देखो तो इधर ज़्यादा जोड़े ने राजपूत ही होंदे ने। और ये फिर मादरजात जोड़े ने वली सूफी दरवेश ने, यानी कुछ लोग जोड़े माँ के पेट विचों ही एक सूफी या वली पैदा होंदे ने और उन्होंने ज़माने की जिहड़ी तालीम है, तरबीयत है, उहदे तों अड्ड उन्हां तों रब ने उहदां विच इलम रखिया हुंदा है। ते इन्हां ने अपने उस दौर जिहड़े मदरसे हुंदे उत्थों अपनी मुढ़ली तालीम हासिल कीती। फिर उस तो बाद इन्हां ने फिका और अदब और मंतक और जिहड़ियां उस दौर च मुरवजा मज़ामीन सी, वो तो बहुत सारे उस दौर के लोग पढ़ते सन, सारे उन्होंने पढ़े ने। तो उस तो बाद ये कि 20 साल की उम्र, हूँ देखो 20 साल की की उम्र होंगी है, बच्चे साढ़े जड़े ने 20 साल के बिल्कुल टीनेजर असी समझने उन्होंने। तो 20 साल की उम्र विच इन्होंने एक जंगल विच 40 दिन चिल्ला कटिया। शायरां दे बारे ते असी बड़ा जानने और तमाम जोड़े साढ़े सूफी बाबे ने उन्होंने शायरी का जिक्र जरूर बिल्कुल बिल्कुल, लेकिन नौशा साहब ने नसर भी कही है, नसर लिखी है, वो नसर की है, ओदी जुबान किस तरह दी रही, ओदे मौजूआत इनू भी असी थोड़ा जिहा ना मजीद डिटेल में जानना। अच्छा, उन्होंने नसर दी बड़ियां खूबियां ने, यानी फिक्री, लिसानी, अदबी हैसियत जिहड़ी है वो बहुत ही आला है, क्योंकि उहदे विच उन्होंने जिहड़ी ज़बान वरती है, छोटे जुमले उन्होंने वरते ने और तशबीहात, इस्तारात, क्योंकि जिहड़ा शायर हुंदा है बुनियादी तौर पर वो नसर भी लिखता है तो उहदे च भी बड़ी एक रिदमिक जिहा हुंदा है, खूबसूरती होंदी है, शेरियत भी होंदी है। तो इस तरह बड़ी एक पुरतासीर और जानदार नसर है, असर करने वाली नसर है। तो उहदे विच भी मौजूआत उन्होंने ज़ाहिर है कि वो अपने मौजूआत ते हटे नहीं है कि वही तसव्वुफ और दीन वो सारियां चीज़ां रही ने, लेकिन उहदे विच उन्होंने जिस तरह खूबसूरती नाल बयान किया है तो उस नसर नूं जिहड़े मुहक्किक ने, दानिशवर ने, बड़ी अहमियत देंदे ने और उन्होंने पंजाबी दी कदीम तरीन नसरी नमूना समझते हैं। अच्छा। और मैं समझनी हाँ कि उहदे चों अगर असी कुछ पढ़ के भी सुनाइए तो बड़ा ज़बरदस्त रहेगा, अगर मौका मिलेगा तो असी जरूर ये भी सुनाने। लेकिन मैं इस वेले तुहाडे नाल पहले गल कर ला जिहड़ी गैर मतबूआ उन्हां दे, अच्छा जिहड़ी आवाज़ ने पंजाबी नसर की जिहड़ी गल है, ये इन आवाज़ां विच उन्होंने वो सवाल भी लोगों के जवाब दिते कि मसलन जोड़े लोगों के जहना भी सवाल सन, यानी कई बार तसव्वुफ के हवाले नाल लोगों के जहन च कोई उलझना भी होंदियां ने, तो उन्होंने उलझना सुलझाया। वहदतुल वजूद का फलसफा उस दौर च एक ये भी बड़ी बहस चली हुई सी वहदतुल शऊद दी, और फिर कई स्कूल ऑफ थाट जड़े ने हरकत सन, वो कहते सन कि शायद वहदतुल वजूद का जोड़ा फलसफा इस्लाम के उल्ट है, लेकिन उन्होंने बड़े अच्छे तरीके नाल बड़ी बरीक बीनी नाल समझाया और कहा कि वहदतुल वजूद जड़ा है ये किस तरह इस्लाम की बुनियाद है। और वहदत की जो असीं गल करने हैं तो सीधे रब तो इलावा किसी नूं देखते ही नहीं हैं, ये बड़ा उन्होंने है। लेकिन गैर मतबूआ उन्होंने जिहड़ियां किताबां उन्हां च इरशादात नुशाइया फारसी च है और मलफूजात नुशाइया जिहड़ी है इन्हां दी किताब है, ये सारियां फारसी च ने। इसी तरह इसरार व मुआरिफ है, लताइफ उल इरशादात है, मुआरिफ
ਤਸਵੁਫ ਹੈ, ਇਹ ਫਾਰਸੀ 'ਚ ਨਜ਼ਮ ਹੈ। ਠੀਕ ਅੱਛਾ, ਵਾਰਿਸ ਸ਼ਾਇਰੀ ਵੀ ਉਹਨਾਂ ਨੇ ਕੀਤੀ, ਇਹ ਨਜ਼ਮ ਹੈ ਉਹਨਾਂ ਦੀ। ਤੇ ਇਹ ਇਹਨਾਂ ਦੀ ਇਹ ਜਿਹੜੀਆਂ ਸਾਰੀਆਂ ਇਹਨਾਂ ਦੀਆਂ ਕਿਤਾਬਾਂ ਨੇ ਮਾਸ਼ਾਅੱਲਾ, ਇਹ ਕਿਉਂਕਿ ਮੁxtਲਿਫ ਹਵਾਲਿਆਂ ਨਾਲ ਮਿਲੀਆਂ, ਹੁਣ ਕਲਮੀ ਕੁਤਬੇ ਨੇ, ਇਹ ਨੁਸਖੇ ਨੇ, ਔਰ ਇਹਦੇ ਵਿੱਚ ਵੀ ਸਾਨੂੰ ਥੋੜਾ ਬਹੁਤ ਫਰਕ ਨਜ਼ਰ ਆਉਂਦਾ ਹੈ ਕਿ ਕੋਈ ਕਲਮੀ ਨੁਸਖਾ ਉਹਦੇ 'ਚ ਉਹ ਕਹਿੰਦੇ ਨੇ ਜੀ ਇਤਨੇ ਸ਼ੇਰ ਨੇ, ਕੋਈ ਉਹਦੇ 'ਚ ਇਤਨੇ ਸ਼ੇਰ ਨੇ, ਕੋਈ 5 7 10 ਦਾ ਫਰਕ ਹੈ। ਲੇਕਿਨ ਉਹ ਜਿਹੜੀਆਂ ਚੀਜ਼ਾਂ ਫਿਰ ਮੁਹੱਕਕਾਂ ਨੇ, ਇਸਮਤੁल्लाह ज़ाहिर ਸਾਹਿਬ ਨੇ PhD ਕੀਤੀ ਹੈ, ਕਿਉਂਕਿ ਖੁਦ ਵੀ ਨੁਸ਼ਾਈਆ ਸਿਲਸਿਲੇ ਤੋਂ ਤਾਲੁਕ ਰੱਖਦੇ ਨੇ, ਉਹਨਾਂ ਦੇ ਬਜ਼ੁਰਗ ਨੇ, ਤੇ ਉਹਨਾਂ ਨੇ ਕਾਫੀ ਕਿਤਾਬਾਂ ਚੀਜ਼ਾਂ ਦਾ ਨਖੇੜ ਵੀ ਕੀਤਾ ਹੈ। ਕਿਤਾਬ ਜਿਹੜੀ ਮੇਰੇ ਕੋਲ ਇਸ ਵੇਲੇ ਹੈ ਉਹ ਉਹਨਾਂ ਦੀ ਹੈ। ਔਰ ਨੌਸ਼ਾ ਗੰਜ ਬਖਸ਼ ਦਾ ਕਲਾਮ ਜਿਹੜਾ ਉਹ ਨਾਪੈਦ ਹੈ, ਕਿਉਂਕਿ ਜਿਹੜੀਆਂ ਲੋਕਾਂ ਕੋਲ ਕਿਤਾਬਾਂ ਹੈ ਨੇ ਉਹ ਸਿਰਫ ਇੱਕ ਦੋ ਬੰਦੇ ਕੋਲ ਉਹਨਾਂ ਦੀ ਲਾਇਬ੍ਰੇਰੀ ਤੱਕ ਕਰਨਾ ਹੈ। ਅਗਰ ਮੈਡਮ ਅਸੀਂ ਇਹਦਾ ਟਾਈਟਲ ਵਿਖਾ ਸਕੀਏ ਤੇ ਉਹ ਜ਼ਰਾ ਆਡੀਅנס ਵਾਸਤੇ ਜ਼ਿਆਦਾ ਵਧੀਆ ਹੋ ਜਾਏ। ਇਹ ਜਿਸ ਤਰ੍ਹਾਂ ਮੈਂ ਦੱਸਿਆ ਪਹਿਲੇ ਕਿ ਡਾਕਟਰ ਇਸਮਤੁल्लाह ज़ाहिर ਜਿਹੜੇ ਕਿ ਪੰਜਾਬੀ ਡਿਪਾਰਟਮੈਂਟ ਦੇ ਚੇਅਰਮੈਨ ਸਨ, ਉਹਨਾਂ ਨੇ PhD ਕੀਤੀ ਔਰ ਫਿਰ ਇਥੋਂ ਬਹੁਤ ਸਾਰੀਆਂ ਚੀਜ਼ਾਂ ਲੱਭੀਆਂ ਔਰ ਇਹਨਾਂ ਦੀ ਤਾਰੀਖੇ ਪੈਦਾਇਸ਼ ਦੇ ਹਵਾਲੇ ਨਾਲ ਜਿਹੜੇ ਰੋਲੇ ਸਨ, ਇਹਨਾਂ ਦੀ ਜ਼ਾਤ ਦੇ ਹਵਾਲੇ ਨਾਲ ਰੋਲੇ, ਇਹਨਾਂ ਦੀ ਕਿਤਾਬਾਂ ਦੇ ਹਵਾਲੇ ਨਾਲ ਰੋਲੇ ਸਨ। ਕੁਝ ਲੋਕ ਕਹਿੰਦੇ ਸਨ ਕਿ ਇਹ ਇਹਨਾਂ ਦਾ ਕਲਾਮ ਨਹੀਂ, ਇਹ ਕਲਾਮ ਉਹਨਾਂ ਦਾ ਹੈ। ਔਰ ਤੁਸੀਂ ਆਪ ਸਮਝਦੇ ਹੋ, ਦਾਨਿਸ਼ਵਰ ਹੋ ਤੁਸੀਂ ਔਰ ਜਿਹੜੇ ਲਿਖਾਰੀ ਹੋ, ਕਿ ਤੁਸੀਂ ਕਿਸੇ ਦਾ ਕਲਾਮ ਨੂੰ ਜਾਂਚਣ ਲਈ ਦੇਖਦੇ ਹੋ ਕਿ ਉਸ ਅਹਿਦ ਦੀ ਉਹਦੇ ਵਿੱਚ ਕਿਤਨੀ ਕੀ ਹੈ, ਫਿਰ ਉਹਦੇ ਬੰਦੇ ਨਾਲ ਉਹ ਨਜ਼ਰੀਆਤ ਕਿਤਨੇ ਕੋ ਮਿਲਦੇ ਨੇ, ਉਹਨੇ ਆਪਣਾ ਨਾਂ ਉਹਦੇ ਵਿੱਚ ਕਈ ਇੱਕ ਚੀਜ਼ਾਂ ਰਿਸਰਚ ਦੇ ਵਿੱਚ ਜਿਹੜੀਆਂ ਆਉਂਦੀਆਂ ਨੇ, ਕਾਗਜ਼ ਦੀ ਕੁਆਲਿਟੀ ਤੋਂ ਲੈ ਕੇ ਸਿਆਹੀ ਇਸਤੇਮਾਲ ਹੁੰਦੀ ਸੀ ਨਹੀਂ ਸੀ ਹੁੰਦੀ, ਅਲਫਾਜ਼, ਅੱਛਾ ਸਿਆਹੀ ਦਾ ਤੁਸੀਂ ਨਾਂ ਲਿਆ ਤੇ ਮੈਂ ਇਹ ਗੱਲ ਦੱਸਣਾ ਭੁੱਲ ਗਈ ਕਿ ਹਜ਼ਰਤ ਨੌਸ਼ਾ ਗੰਜ ਬਖਸ਼ ਬਾਅਮਲ ਸੂਫੀ ਸਨ, ਔਰ ਲੇਕਿਨ ਉਹਦੇ ਨਾਲ ਨਾਲ ਉਹ ਬਹੁਤ ਸਾਰੇ ਫਨੂਨ ਦੇ ਮਾਹਿਰ ਸਨ, ਯਾਨੀ ਰੋਸ਼ਨਾਈ ਬਣਾਉਣਾ ਔਰ ਕਾਗਜ਼ ਤੇ ਜਿਹੜੇ ਸੋਨੇ ਦੀ ਪਾਣ ਚੜਾਉਣਾ ਔਰ ਘੁੜ ਸਵਾਰੀ ਕਰਨਾ ਔਰ ਬਹੁਤ ਨੇਜ਼ਾਬਾਜ਼ੀ ਔਰ ਬਹੁਤ ਸਾਰੇ ਐਸੇ ਹੁਨਰ ਉਹਨਾਂ ਨੂੰ ਆਉਂਦੇ ਸਨ ਕਿ ਜਿਹੜੇ ਸ਼ਾਇਦ ਆਮ ਲੋਕਾਂ ਨੂੰ ਨਹੀਂ ਆਉਂਦੇ। ਤੇ ਇੱਥੋਂ ਇਹ ਵੀ ਪਤਾ ਚੱਲਦਾ ਹੈ ਕਿ ਸਾਡੇ ਸੂਫੀ ਜਿਹੜੇ ਨੇ ਉਹ ਕਿਸ ਤਰ੍ਹਾਂ ਲੁਕਾਈ ਵਿੱਚ ਰਲ ਕੇ ਰਹਿੰਦੇ ਸਨ ਔਰ ਇੱਕ ਨਾਰਮਲ ਜ਼ਿੰਦਗੀ ਗੁਜ਼ਾਰਦੇ ਸਨ। ਯਾਨੀ ਰੱਬ ਦੇ ਨਾਲ ਮਿਊਜ਼ਿਕ ਦਾ ਵੀ ਤੁਸੀਂ ਜ਼ਿਕਰ ਕੀਤਾ, ਮਿਊਜ਼ਿਕ ਦਾ ਵੀ ਆ ਕਿ ਰੱਬ ਨਾਲ ਵੀ ਉਹਨਾਂ ਦਾ ਇੱਕ ਜਿਹੜਾ ਸਿਲਸਿਲਾ ਚੱਲ ਰਿਹਾ ਹੈ, ਲੇਕਿਨ ਉਹ ਇੱਕ ਜਿਹੜੀ ਇੱਕ ਸਾਡੇ ਵਜੂਦ ਦੇ ਜਿਹੜੇ ਹੈ ਨੇ ਮਾਮਲਾਤ, ਉਹ ਵੀ ਪੂਰੀ ਤਰ੍ਹਾਂ ਕਿ ਆਪਣੀ ਖੇਡਾਂ ਦੇ ਜ਼ਰੀਏ, ਮੂਸੀਕੀ ਦੇ ਜ਼ਰੀਏ ਔਰ ਸਾਰੀਆਂ ਚੀਜ਼ਾਂ ਦੇ ਜ਼ਰੀਏ ਇਜ਼ਹਾਰ ਕਰਦੇ ਸਨ। ਅੱਛਾ, ਮੇਰੇ ਕੋਲ ਨਾ ਇਸ ਵੇਲੇ ਉਹਨਾਂ ਦੀ ਇਹ ਦੋ ਸ਼ੇਰ ਮੈਂ ਤੁਹਾਨੂੰ ਸੁਣਾਉਣਾ ਚਾਹੁੰਦੀ ਹਾਂ। ਜ਼ਰੂਰ। ਕਿ ਗਾਫਿਲ ਗਫਲਤ ਛੱਡ ਦੇ ਨੌਸ਼ਾ ਆਖੇ ਐ, ਗਾਫਿਲ ਗਫਲਤ ਛੱਡ ਦੇ ਨੌਸ਼ਾ ਆਖੇ ਐ, ਫੇਰ ਨਹੀਂ ਇੱਥੇ ਆਉਣਾ ਜਾਂ ਮਿੱਟੀ ਹੋਸੀ ਖੇ। ਮਤਲਬ ਐ ਤੇ ਖੈ ਉਹਨੂੰ ਕਹਿਣਾ ਚਾਹੀਦਾ, ਲੇਕਿਨ ਖੈ ਵੀ ਤੁਸੀਂ ਪੜ੍ਹ ਸਕਦੇ ਹੋ, ਕੇ ਵੀ ਪੜ੍ਹ ਸਕਦੇ ਹੋ। ਔਰ ਦੂਸਰਾ ਸ਼ੇਰ ਹੈ ਕਿ ਦਮ ਦਮ ਰੱਬ ਸੰਭਾਲੀਏ ਗਫਲਤ ਦਈਏ ਟਾਲ। ਠੀਕ ਹੈ। ਦਮ ਦਮ ਰੱਬ ਸੰਭਾਲੀਏ ਗਫਲਤ ਦਈਏ ਟਾਲ, ਇੱਥੇ ਫੇਰ ਨਹੀਂ ਆਉਣਾ ਨੌਸ਼ਾ ਰੱਬ ਸੰਭਾਲ। ਅੱਛਾ, ਇਹਦੇ ਵੀ ਤੁਸੀਂ ਜਿਸ ਤਰ੍ਹਾਂ ਹੋਸੀ ਹੈ ਨਾ, ਤਾਂ ਅਸੀਂ ਹੋਵੇ ਅਕਸਰ ਕਹਿੰਦੇ ਇਹਦੇ ਤੁਹਾਨੂੰ ਲਹਿੰਦੀ ਜਿਹੜੀ ਹੈ ਨਾ ਪੰਜਾਬੀ ਦਾ ਲਹਿਜਾ ਔਰ ਪੋਠੋਹਾਰੀ ਵੀ, ਮਤਲਬ ਇਹ ਕਿ ਤੁਸੀਂ ਇਹਨਾਂ ਨੂੰ ਮਜਮੂਈ ਤੌਰ ਤੇ ਕਲਾਮ ਪੜ੍ਹੋਗੇ ਤਾਂ ਤੁਹਾਨੂੰ ਇੱਕ ਪੂਰੇ ਪੰਜਾਬ ਦੀ ਜਿਹੜੀ ਇੱਕ ਲਫ਼ਜ਼ਾਲੀ ਉਹ ਨਜ਼ਰ ਆਏਗੀ। ਤੁਹਾਨੂੰ ਕਿਧਰੇ ਮਰਕਜ਼ੀ ਪੰਜਾਬ, ਕਿਧਰੇ ਲਹਿੰਦੀ, ਕਿਧਰੇ ਉਹ ਜਿਹੜਾ ਹੈ ਆਪਣਾ ਪੋਠੋਹਾਰੀ ਔਰ ਸਾਰਾ ਇੱਕ ਭਰਪੂਰ ਰੰਗ ਦਿਸੇਗਾ ਮਜਮੂਆ। ਤੇ ਉਹਨਾਂ ਨੇ ਕਿਉਂਕਿ ਮੁਖਤਲਿਫ ਇਲਾਕਿਆਂ 'ਚੋਂ ਗਏ ਵੀ ਨੇ, ਫਿਰ ਬਾਬਾ 29 ਸਾਲ ਦੀ ਉਮਰ 'ਚੋਂ ਲਾਹੌਰ ਆਏ ਨੇ ਔਰ ਹਜ਼ਰਤ ਦਾਤਾ ਗੰਜ ਬਖਸ਼ ਦੇ ਮਜ਼ਾਰ ਤੇ ਉਹਨਾਂ ਨੇ 40 ਦਿਨ ਦਾ ਚਿੱਲਾ ਕੱਟਿਆ, ਯਾਨੀ ਉਹਨਾਂ ਦੀ ਜ਼ਿੰਦਗੀ 'ਚ ਕਈ ਚਿੱਲੇ ਨੇ। ਔਰ ਇੱਥੋਂ ਫਿਰ ਉਹ ਚਿੱਲਾ ਕੱਟਿਆ ਜਦੋਂ, ਤੇ ਉਹ ਫਿਰ ਉਹਨਾਂ ਨੇ ਉਹ ਕਹਿੰਦੇ ਨੇ ਕਿ ਇੱਥੇ ਵੀ ਮੇਰੇ ਦੇ ਬੜੇ ਇਸਰਾਰ ਜ਼ਾਹਿਰ ਹੋਏ ਔਰ ਇੱਕ ਜਿਹੜੀ ਬਾਤਨੀ ਤੌਰ ਤੇ ਮੈਨੂੰ ਇੱਥੋਂ ਦੌਲਤ ਮਿਲੀ, ਉਹਨੇ ਮੈਨੂੰ ਬੜਾ ਸਰਸ਼ਾਰ ਔਰ ਮਾਲਾ ਮਾਲ ਕਰ ਦਿੱਤਾ ਔਰ ਉਹਨੂੰ ਲੈ ਕੇ ਫਿਰ ਮੈਂ ਅੱਗੇ ਟੁਰਿਆ ਔਰ ਗਿਆ। ਇਸ ਤੋਂ ਇਲਾਵਾ ਉਹ ਮਿਸਰ, ਬਗਦਾਦ ਔਰ ਕਈ ਮੁਲਕਾਂ 'ਚੋਂ ਗਏ ਨੇ ਔਰ 7 ਹੱਜ ਉਹਨਾਂ ਨੇ ਵੀ ਕੀਤੇ ਨੇ ਔਰ ਉਸ ਦੌਰ 'ਚ ਵੀ ਹੱਜ ਪੈਦਲ ਹੀ ਲੋਕ ਕਰਦੇ ਸਨ। ਤੇ ਇੱਥੋਂ ਇਹ ਵੀ ਇੱਕ ਪਤਾ ਚੱਲਦਾ ਹੈ ਕਿ ਸਾਡੇ ਅੱਜ ਦੇ ਦੌਰ ਦੇ ਅਸੀਂ ਲੋਕ ਜਿਹੜੇ ਹਾਂ, ਅਸੀਂ ਇੱਕ ਬਿਲਕੁਲ ਹੀ ਸਮਝਦੇ ਹਾਂ ਕਿ ਜਿੱਥੇ ਅਸੀਂ ਪੈਦਾ ਹੋਏ ਹਾਂ ਉੱਥੇ ਹੀ ਮਰਨਾ ਹੈ, ਅਸੀਂ ਦੁਨੀਆ ਨੂੰ ਨਹੀਂ ਦੇਖਣਾ। ਇਹ ਦੁਨੀਆ ਇੱਕ ਕੁੰਭਾ ਹੈ ਔਰ ਅੱਜ ਤੇ ਸਾਨੂੰ ਬੜੇ ਜ਼ਰਾਏ ਮੁਯੱਸਰ ਨੇ ਆਉਣ ਜਾਣ ਦੇ, ਲੇਕਿਨ ਅਸੀਂ ਵੇਲਾ ਨਹੀਂ ਕੱਢਦੇ, ਅਸੀਂ ਫਜ਼ੂਲ ਚੀਜ਼ਾਂ ਤੇ ਪੈਸੇ ਲਾ ਦਿੰਦੇ ਹਾਂ, ਲੇਕਿਨ ਅਸੀਂ ਦੁਨੀਆ ਨੂੰ ਨਹੀਂ ਦੇਖਦੇ। ਰੱਬ ਦੀ ਦੁਨੀਆ ਨੂੰ ਦੇਖਣਾ ਔਰ ਉਹਦੇ ਕੋਲ ਕੁਝ ਸਿੱਖਣਾ ਵੀ ਇਬਾਦਤ ਹੈ, ਕਿਉਂਕਿ ਜਦੋਂ ਤੁਸੀਂ ਉੱਥੇ ਦੇ ਲੋਕਾਂ ਨੂੰ ਮਿਲਦੇ ਹੋ, ਉੱਥੇ ਲੋਕਾਂ ਨੂੰ ਕੋਈ ਕੰਮ ਦੀ ਗੱਲ ਦੱਸਦੇ ਹੋ, ਕੋਈ ਗੱਲ ਲੈ ਕੇ ਆਉਂਦੇ ਹੋ ਉਹਨਾਂ ਕੋਲੋਂ ਕਿ ਦੁਨੀਆ ਕਿਸ ਤਰ੍ਹਾਂ ਗੁਜ਼ਰ ਰਹੀ ਹੈ। ਅੱਛਾ ਡਾਕਟਰ ਸਾਹਿਬ, ਬਿਲਕੁਲ ਸਾਡਾ ਵੇਲੇ ਦੀ ਘਾਟ ਹੈ ਔਰ ਖਤਮ ਹੋ ਚੱਲਾ ਹੈ ਸਾਡਾ ਸੈਗਮੈਂਟ। ਹੋ ਸਕਦਾ ਅਸੀਂ ਅਗਲੇ ਪ੍ਰੋਗਰਾਮ ਵਿੱਚ ਵੀ ਨੌਸ਼ਾ ਸਾਹਿਬ ਦੀ ਗੱਲ ਕਰੀਏ ਔਰ ਉਹਨਾਂ ਨੂੰ ਪੂਰੀ ਤਰ੍ਹਾਂ
ਕਵਰ ਕਰ ਲਈ। ਕਿਉਂਕਿ ਔਰ ਤੁਸੀਂ ਇਹਨਾਂ ਅੱਜ ਰੰਗ ਰੰਗੀਲੇ ਕੱਪੜੇ ਵੀ ਪਾਏ ਨੇ, ਇੱਧਰ ਵੀ ਢੋਲ ਬਣਦਾ ਪਿਆ, ਚੇਤਰ ਵੀ ਆ ਗਿਆ, ਨੌਸ਼ਾ ਸਾਹਿਬ ਵੀ ਲਾਲ ਰੰਗ ਦੇ ਕੱਪੜੇ ਪਾਉਂਦੇ ਸਨ। ਅੱਛਾ, ਮੈਂ ਤੇ ਨਾ 14 ਨੂੰ ਕੀ ਹੋ ਰਿਹਾ, ਜ਼ਰਾ ਕੁਇਕਲੀ 2 ਆਖਰੀ ਮਿੰਟ। ਗੱਲ ਮੈਂ ਦੱਸਾਂ ਕਿ ਇਹਨਾਂ ਨੇ ਕਈ ਇਸਨਾਫ ਦਾ ਇਜ਼ਾਫਾ ਕੀਤਾ ਹੈ ਉਹਦੇ ਚ ਨਾ, ਜਿਸ ਤਰ੍ਹਾਂ ਗਜ਼ਲ ਦਾ ਅੱਛਾ, ਪੰਜਾਬੀ ਬਲਕਿ ਇਹਨੂੰ ਅਸੀਂ ਕੰਟੀਨਿਊ ਕਰਨੇ ਕੰਟੀਨਿਊ ਕਰਾਂ ਅਗਲੇ ਸ਼ੋਅ 'ਚ ਇੱਥੋਂ ਹੀ ਸਟਾਰਟ ਇੱਥੋਂ ਹੀ ਕਰ ਕਰਾਂਗੇ। ਲਾਂਗੇ। ਲੇਕਿਨ ਇਹ ਰੰਗ ਰੰਗੀਲੀ ਗੱਲ ਜਿਹੜੀ ਹੈ ਨਾ, ਇਹ ਆਡੀਅנס ਨਾਲ ਸਾਂਝੀ ਕਰ ਦਿਓ ਕਿ 14 ਮਾਰਚ ਨੂੰ ਕੀ ਹੋਣ ਜਾ ਰਿਹਾ, ਪਿਲਾਕ 'ਚ ਕੀ ਹੋਏਗਾ, ਥੋੜਾ ਜਿਹਾ। ਜੀ 14 ਮਾਰਚ ਨੂੰ ਪੰਜਾਬ ਕਲਚਰ ਡੇ ਮਨਾਇਆ ਜਾ ਰਿਹਾ ਔਰ ਗਵਰਨਮੈਂਟ ਆਫ ਦ ਪੰਜਾਬ ਜੀ ਵੱਲੋਂ। ਗਵਰਨਮੈਂਟ ਆਫ ਪੰਜਾਬ ਨੇ ਪਿਛਲੀ ਵਾਰੀ ਨੋਟੀਫਿਕੇਸ਼ਨ ਕੀਤਾ ਸੀ ਔਰ ਪਿਛਲੀ ਵਾਰੀ ਕਿਉਂਕਿ ਕੋਵਿਡ ਦੀ ਵਜ੍ਹਾ ਤੋਂ ਉਸ ਤਰ੍ਹਾਂ ਮਨਾਇਆ ਨਹੀਂ ਜਾ ਸਕਿਆ, ਲੇਕਿਨ ਇਸ ਵਾਰੀ ਸਰਕਾਰੀ ਸਤਹ ਤੇ ਮਨਾਇਆ ਜਾ ਰਿਹਾ ਔਰ ਇਹਦਾ ਵੱਡਾ ਫੰਕਸ਼ਨ ਤੇ ਅਲਹਮਰਾ 'ਚ ਹੋ ਰਿਹਾ ਹੈ, ਕਿਉਂਕਿ ਸਾਰੀ ਮਿਨਿਸਟਰੀ ਜਿਹੜੀ ਉਹ ਫੈਸਲਾ ਕਰਦੀ ਹੈ ਕਿ ਮੇਨ ਫੰਕਸ਼ਨ ਕਿੱਥੇ ਹੋਵੇਗਾ ਔਰ ਬਾਕੀ ਫੰਕਸ਼ਨ ਕਿੱਥੇ ਕਿੱਥੇ ਹੋਣਗੇ। ਔਰ ਇਨਸ਼ਾਅੱਲਾ ਅਸੀਂ ਵੀ ਜਿਹੜਾ ਆਪਣਾ ਹਿੱਸਾ ਪਾਵਾਂਗੇ, ਪਿਲਾਕ 'ਚ ਵੀ ਅਸੀਂ ਮੁxtਲਿਫ ਕੋਈ ਲਾਚੇ ਲੂਚੇ ਔਰ ਸਾਰੇ ਰੰਗਲਾ ਜਿਹਾ ਇੱਕ ਅਸੀਂ ਸੈਟਅਪ ਕੋਈ ਬਣਾਵਾਂਗੇ ਔਰ ਇਹਨੂੰ ਪੰਜਾਬ ਦੇ ਵਸੇਬ ਨੂੰ ਜੀ ਅਸੀਂ ਬਣਾਵਾਂਗੇ। ਕੋਸ਼ਿਸ਼ ਕਰ ਰਹੇ ਹਾਂ ਕਿ ਪੰਜਾਬ ਦੀ ਇੱਕ ਜਿਹੜੀ ਚਾਦਰ ਹੈ ਉਹ ਇੰਟਰੋਡਿਊਸ ਕਰਾਈਏ, ਉਸ ਦਿਨ ਤੁਹਾਨੂੰ ਅਸੀਂ ਗਿਫਟ ਕਰਾਂਗੇ। Thank you so much. ਜੀ ਤੇ ਇਨਸ਼ਾਅੱਲਾ ਤਾਲਾ ਅਸੀਂ ਕਾਫੀ ਪ੍ਰੋਗਰਾਮ ਕਰਾਂਗੇ। ਔਰ ਇਹ ਦਰਅਸਲ ਮੈਂ ਇੱਕ ਗੱਲ ਜ਼ਰੂਰ ਕਰਨਾ ਚਾਹਨੀ ਹਾਂ ਤੁਹਾਡੇ ਜੀ ਡਾਕਟਰ ਸਾਹਿਬ, ਹੁਣ ਤਵਸਤ ਬਿਲਕੁਲ ਸਾਡਾ ਨਿਕਫ ਕਿ ਟਾਈਮ, ਖੁਸ਼ ਹੋਣਾ ਸਿੱਖੋ, ਖੁਸ਼ ਹੋਣਾ ਸਿੱਖੋ ਜੀ ਨਾਜ਼ਰੀਨ, ਖੁਸ਼ ਹੋਣਾ ਸਿੱਖੋ। ਬ੍ਰੇਕ ਦਾ ਸਮਾਂ ਹੋ ਗਿਆ। ਚੇਤਰ ਰੰਗ ਬਣਾਓ, 14 ਮਾਰਚ ਨੂੰ ਪੰਜਾਬ ਕਲਚਰ ਡੇ ਜ਼ਰੂਰ ਮਨਾਓ। ਤੇ ਹੁਣ ਚੱਲਦੇ ਹਾਂ ਇੱਕ ਬ੍ਰੇਕ ਵੱਲ। ਜੀ ਨਾਜ਼ਰੀਨ, ਇੱਕ ਵਾਰ ਫਿਰ ਤੁਹਾਨੂੰ ਪ੍ਰੋਗਰਾਮ ਵਿੱਚ ਬਿਸਮਿਲ੍ਲਾ ਤੇ ਜੀ ਆਇਆਂ ਨੂੰ ਕਵਾਂਗੇ। ਹੁਣ ਵੇਲਾ ਹੋਇਆ ਸਾਡੇ ਸਭ ਤੋਂ ਅਹਿਮ ਸੈਗਮੈਂਟ ਦਾ, ਸਾਡੇ ਫਾਈਨਲ ਸੈਗਮੈਂਟ ਦਾ। ਤੇ ਇਹ ਸੈਗਮੈਂਟ ਵਿੱਚ ਵੀ ਸਾਡੇ ਨਵੇਂ ਪਰੋਨੀ ਸਾਡੇ ਨਾਲ ਮੌਜੂਦ ਨੇ। ਉਹਨਾਂ ਦਾ ਤਾਰੁਫ ਕਰਾਉਣ ਤੋਂ ਪਹਿਲੇ ਮੈਂ ਤੁਹਾਨੂੰ ਦੱਸਦੀ ਚਲਾਂ ਕਿ ਦੋਸਤੋ, ਮੌਸੀਕੀ ਜਿਹੜੀ ਹੈ ਨਾ, ਉਹ ਰੂਹ ਦੀ ਗ਼ਜ਼ਾ ਹੁੰਦੀ ਹੈ। ਕਿਸੇ ਸੂਫੀ ਸਰਮਸਤ ਬਾਬੇ ਦਾ ਕਲਾਮ ਜਦੋਂ ਹਵਾ ਦੇ ਵਿੱਚ ਰਲ ਕੇ ਕੰਨੀ ਰਾਹੀਂ ਦਿਲ ਤੇ ਅਸਰ ਕਰਦਾ ਹੈ ਤੇ ਇੰਜ ਲੱਗਦਾ ਜਿਵੇਂ ਦਿਲ ਤੇ ਰੂਹ ਤੇ ਨੂਰ ਦੀ ਬਾਰਿਸ਼ ਹੋ ਰਹੀ ਹੈ। ਅੱਜ ਜਿਹੜੀ ਸਾਡੀ ਮਹਿਮਾਨ ਸਾਡੇ ਨਾਲ ਮੌਜੂਦ ਨੇ, ਇਹਨਾਂ ਦੀ ਆਵਾਜ਼ ਦਾ ਜਾਦੂ ਸਿਰੇ ਚੜ੍ਹ ਕੇ ਬੋਲਦਾ ਹੈ। ਇੱਕ ਵੱਡੀ ਫਨਕਾਰ ਮਾਂ ਦੀ ਵੱਡੀ ਫਨਕਾਰ ਧੀ ਰਾਹਤ ਬਾਨੋ ਮੁਲਤਾਨੀਕਰ ਸਾਡੇ ਨਾਲ ਮੌਜੂਦ ਨੇ। ਉਹਨਾਂ ਨੂੰ ਪ੍ਰੋਗਰਾਮ ਵਿੱਚ ਜੀ ਆਇਆਂ ਨੂੰ ਕਹਾਂਗੇ। ਜੀ ਆਇਆਂ ਨੂੰ। अस्सलाम वालेकुम जी, बड़ी मेहरबानी ਤੁਸੀਂ ਮੈਨੂੰ ਇੱਥੇ ਬੁਲਾਇਆ। ਬਹੁਤ ਖੁਸ਼ੀ ਹੋਈ ਤੁਹਾਡੇ ਨਾਲ ਮਿਲ ਕੇ। ਤੁਹਾਨੂੰ ਸਾਡਾ ਸੈੱਟ ਕਿਹਦਾ ਲੱਗ ਰਿਹਾ? ਸੈੱਟ ਤੇ ਤੁਹਾਡਾ ਬੜਾ ਸੋਹਣਾ ਹੈ, ਮੈਂ ਪਹਿਲੇ ਵੀ ਦੇਖਿਆ ਤੇ ਔਰ ਇਤਨਾ ਕਲਰਫੁਲ, ਸੱਚ ਅ ਬ੍ਰਾਈਟ। ਅੱਛਾ ਰਾਹਿਤ ਸਾਹਿਬ, ਇੱਥੇ ਨਹੀਂ ਇਹਨਾਂ ਨਾਲ ਗੱਲਬਾਤ ਸ਼ੁਰੂ ਕਰਨਾ, ਲੇਕਿਨ ਪਹਿਲੇ ਅਸੀਂ ਇਹਨਾਂ ਵਾਸਤੇ ਇੱਕ ਪੈਕੇਜ ਬਣਾਇਆ। Package ਪਹਿਲੇ ਬਣਾਇਆ, ਇਹਨਾਂ ਨੂੰ ਉਹ ਬਿਲਕੁਲ, ਬਹਾਨੇ ਆ ਤੇ ਬਿਲਕੁਲ। ਸਾਡੇ ਨਾਜ਼ਰੀਨ ਨੂੰ ਵੀ ਬਹਾਨੇ ਆ। ਜੀ ਮੌਸੀਕਾਰਾਂ ਦਾ, ਸ਼ਾਇਰਾਂ ਦਾ, ਫਨਕਾਰਾਂ ਦਾ ਤਾਰੁਫ ਹੋਵੇ ਤੇ ਜਾਂ ਉਹਨਾਂ ਨੂੰ ਕੋਈ ਖਰਾਜੀ ਅਕੀਦਤ ਦਾ ਪ੍ਰੋਗਰਾਮ ਹੋਵੇ। ਪਾਕਿਸਤਾਨ ਟੈਲੀਵਿਜ਼ਨ ऐसे प्रोग्राम पेश करता है जिसका कोई सानी नहीं। रांझा रांझा कर देने में आपे रांझा होई। माही दिया
ਇਹ ਛੋਟਾ ਜਿਹਾ ਇੱਕ ਪੈਕੇਜ ਸਾਡੇ ਵੱਲੋਂ कैसा लगे ਤੁਹਾਨੂੰ? अरे बहुत अच्छा लगे। मैं तो पुरानियां यादां टीवी ते सारी चीज़ों तो मैं वही सोच रही सी ਕਿਹੜੇ प्रोग्राम ਦੇ ਬੜੇ ਅੱਛੇ ਗਾਣੇ ਸਿਲੈਕਟ ਕੀਤੇ ਸੀ। ਥੈਂਕ ਯੂ ਸੋ ਮਚ। ਹਾਂਜੀ ਤੁਹਾਡੇ ਕਈ ਅਸੀਂ ਰੰਗ ਵੇਖੇ ਨੇ, ਬੀਇੰਗ ਅ ਹੋਸਟ ਵੀ ਔਰ ਬੀਇੰਗ ਅ ਸਿੰਗਰ ਵੀ, ਔਰ ਲੋਕਾਂ ਨੇ ਰੀਕਾਲ ਵੀ ਕਾਫੀ ਚੀਜ਼ਾਂ, ਕਈ ਪ੍ਰੋਗਰਾਮ ਤੁਹਾਡੇ ਕੀਤੇ ਤੇ ਬੜਾ ਨੋਸਟੈਲਜੀਆ ਵੀ। हाँ एग्जैक्टली मेरे वास्ते नॉस्टैल्जिक थी कि ओ माय गॉड कि कितो कितो ਇਹਨਾਂ ਨੇ ਗਾਣੇ ਕੱਢ ਲਏ ਨੇ। ਹਾਂ ਪੀਟੀਵੀ ਦੇ ਹਵਾਲੇ ਨਾਲ ਥੋੜੀ ਜਿਹੀ ਅਗਰ ਅਸੀਂ ਨੋਸਟੈਲਜੀਆ ਦੀ ਗੱਲ ਕਰ ਲਈਏ ਜੀ। ਤੇ ਉਹ ਕੈਸਾ ਮੌਸਮ ਸੀ, ਕੀ ਹਿਸਾਬ ਸੀ ਜਦੋਂ ਪਹਿਲੀ ਦਫਾ ਕੈਮਰੇ ਤੇ ਤੁਸੀਂ ਹੋਸਟਿੰਗ ਵਾਸਤੇ ਖਲੋਤੇ ਹੋ ਜਾਂ ਜੀ ਬੈਠੇ ਮੈਂ ਹੋ? ਪਹਿਲੀ ਦਫਾ ਤੇ ਗਾਣ ਵਾਸਤੇ ਆਈ ਸੀ ਨਿਲਾਮ ਘਰ ਦੇ ਵਿੱਚ 91 ਦੀ ਗੱਲ ਹੈ ਤੇ ਉਹ ਜ਼ਾਹਿਰ ਹੈ ਬੜੇ ਹੀ ਪੀਟੀਵੀ ਦਾ ਇੱਕੋ ਚੈਨਲ ਸੀ ਤੇ ਹਮੇਸ਼ਾ ਕੋਲ ਬਹੁਤ ਹੀ ਇੱਕ ਸਾਡਾ ਗਵਰਨਮੈਂਟ ਸਟੇਟ ਚੈਨਲ ਹੋ ਗਿਆ। ਸੈਕੰਡਲੀ ਇਹ ਕਿ ਜਿਸ ਕਹਿੰਦੇ ਮਦਰ ਚੈਨਲ ਮੈਂ ਹਮੇਸ਼ਾ ਕਹਿੰਦੀ ਆ ਕਿ ਔਰ ਇੱਥੇ ਦਾ ਆਪਣਾ ਇੱਕ ਔਰਾ ਹੈ, ਇਹਦੀ ਇੱਕ ਆਪਣੀ ਰਿਸਪੈਕਟ ਡਿਗਨਿਟੀ ਹੈ ਜਿਹੜੀ ਮੈਨੂੰ ਤੁਸੀਂ ਮੇਰੇ ਜਿੰਨੇ ਵੀ ਇੱਥੇ ਦੇਖੇ ਨੇ ਜ਼ਿਆਦਾ ਮੇਰਾ ਲਾਈਫ ਦਾ ਕੰਮ ਪੀਟੀਵੀ ਦੇ ਨਾਲ ਹੀ ਹੈ ਬਿਕੋਜ਼ ਆਈ ਫੀਲ ਸੋ ਕੰਫਰਟੇਬਲ ਵਿਦ ਇਟ ਔਰ ਇੱਥੇ ਆ ਕੇ ਵੀ ਮੈਨੂੰ ਬੜਾ ਚੰਗਾ ਲੱਗਦਾ ਹੈ। ਤੇ ਹੁਣੇ ਮੈਂ ਬਾਹਰ ਤਸਵੀਰਾਂ ਵੀ ਵੇਖ ਰਹੀ ਸੀ ਤੇ ਉਹ ਪੁਰਾਣਾ ਜ਼ਮਾਨਾ ਤੁਹਾਨੂੰ ਸਾਰਾ ਯਾਦ ਆ ਜਾਂਦਾ ਹੈ ਕਿ ਔਰ ਉਸ ਵਕਤ ਬੜਾ ਰੋਬ ਦਬਦਬਾ ਸੀ ਔਰ ਬੜਾ ਸ਼ੌਕ ਹੁੰਦਾ ਸੀ ਕਿ ਇੱਕ ਦਫਾ ਟੀਵੀ ਤੇ ਨਜ਼ਰ ਆਉਂਦੇ ਸੀ ਨਾ ਲੋਕ ਸਾਲਾਂ ਯਾਦ ਕਰਦੇ ਸੀ। ਗਲੀ 'ਚ ਕੋਈ ਟੱਕਰ ਗਿਆ, ਕਿੱਥੇ ਕੋਈ ਬਾਹਰ ਤੁਹਾਨੂੰ ਟੱਕਰ ਗਿਆ ਮੁਲਕੀ ਤੋਂ ਕਹਿੰਦੇ ਸੀ ਪੀਟੀਵੀ ਤੇ ਨਜ਼ਰ ਆਏ ਸੀ। ਤੇ ਉਹ ਉਸ ਵੇਲੇ ਦੀ ਇਹ ਗੱਲ ਹੈ ਕਿ ਬਹੁਤ ਹੀ ਕਮਾਲ ਦੌਰ ਸੀ ਔਰ ਬੜਾ ਹੀ ਅੱਛਾ। ਔਰ ਪੀਟੀਵੀ ਨੇ ਜਿਹੜਾ ਕੰਮ ਕੀਤਾ ਹੈ, ਨਵੇਂ ਲੋਕਾਂ ਨੇ ਇੰਟਰੋਡਿਊਸ ਕੀਤਾ ਹੈ, ਥੀਮੈਟਿਕ ਪ੍ਰੋਗਰਾਮਸ ਕਰਦਾ ਹੈ, ਉਹ ਕਿਸੇ ਚੈਨਲ ਨੂੰ ਵੈਸੇ ਨਸੀਬ ਨਹੀਂ। ਮੈਂ ਤੇ ਸਿੱਧੀ ਜਿਹੜੀ ਗੱਲ ਹੈ ਮੈਡਮ ਪੀਲ ਨੂੰ ਪੱਕੀਆਂ ਨਹੀਂ, ਇਹ ਹਰ ਬੱਚੇ ਦੀ ਜਿਹੜੀ ਹੈ ਨਾ ਉਹ ਬੋਲੀ ਦੇ ਉੱਤੇ ਜ਼ੁਬਾਨ ਤੇ ਹੁੰਦਾ ਗੀਤ, ਵੱਡਿਆਂ ਵੀ ਸੁਣਿਆ, ਛੋਟਿਆਂ ਵੀ ਸੁਣਿਆ, ਅਸਾਂ ਵੀ ਸੁਣਿਆ। ਫਿਰ ਇੱਕ ਵੱਡੀ ਜਿਵੇਂ ਇਹਨਾਂ ਨੇ ਇੰਟਰੋਡਕਸ਼ਨ ਕਰਾਇਆ ਕਿ ਵੱਡੀ ਗੁਲੂਕਾਰਾ ਤੁਹਾਡੀ ਵਾਲਿਦਾ, ਉਹਨਾਂ ਦੀ ਤੁਸੀਂ ਬੇਟੀ, ਇੱਕ ਬੜਾ ਖਾਸ ਕਿਸਮ ਦਾ ਪ੍ਰੈਸ਼ਰ ਪੈ ਜਾਂਦਾ ਉਹ ਬਹੁਤ। ਤੇ ਉਹ ਨੂੰ ਕਿਸ ਤਰ੍ਹਾਂ ਤੁਸੀਂ ਮਤਲਬ ਪਹਿਲੀ ਦਫਾ ਜਦੋਂ ਗਏ ਹੋ, ਤੁਸੀਂ ਕਿਹਾ ਕਿ ਪਹਿਲੀ ਦਫਾ ਪੀਟੀ ਵਿੱਚ ਪਰਫਾਰਮ ਕੀਤਾ, ਬਿਲਕੁਲ ਕੀਤਾ, ਕੋਈ ਖਾਸ ਡਰ ਵੀ ਰਿਹਾ ਹੋਏਗਾ ਤੇ ਤੁਸੀਂ ਇਹ ਵੀ ਸੋਚਿਆ ਕਿ ਹੁਣ I have to prove myself and ਫਿਰ ਉਹ ਇੱਕ ਖਾਸ ਕਿਸਮ ਦੀ ਇੱਜ਼ਤ ਵੀ ਬਚਾਉਣੀ ਹੈ, ਸਾਰਾ ਕੁਝ ਕਰਨਾ ਹੈ, ਉਹ ਵਾਲਾ ਜ਼ਰਾ ਸਾਡੇ ਨਾਲ ਸਾਂਝਾ ਤੇ ਕਰੋ ਜੀ। ਉਹ ਬੜਾ ਔਖਾ ਕੰਮ ਹੈ ਕਿਉਂਕਿ ਲੋਕ ਤੁਹਾਨੂੰ ਜਿਹੜਾ ਇਵੈਲੂਏਟ ਕਰਦੇ ਨੇ ਨਾ, ਅਗਰ ਤੁਹਾਡੇ ਪੈਰੈਂਟਸ ਜਾਂ ਫੈਮਿਲੀ 'ਚ ਕੋਈ ਵੱਡਾ ਆਰਟਿਸਟ ਜਾਂ ਕਿਸੇ ਵੀ ਸ਼ੋਬੇ 'ਚ ਹੋਏ ਤਾਂ ਲੋਕ ਤੁਹਾਨੂੰ ਵੀ ਬਿਲਕੁਲ ਉਸ ਤੋਂ ਅੱਗੇ ਵੇਖਣਾ ਚਾਹੁੰਦੇ ਨੇ। ਤੇ ਉਹ ਫਿਰ ਉਹ ਜ਼ਮਾਨੇ ਸਨ ਕਿ ਉਹਨਾਂ ਲੋਕਾਂ ਦੀ ਰਿਆਜ਼ਤ, ਅੱਛੇ ਅੱਛੇ ਉਸਤਾਦਾਂ ਦਾ ਮਿਲਣਾ ਤੇ ਮੇਰਾ ਤੇ ਮੈਂ ਆਈ ਫੀਲ ਵੈਰੀ ਪ੍ਰਾਊਡ ਆਫ ਮਾਈ ਮਦਰ। ਬਟ ਮੈਨੂੰ ਇਹ ਹੁੰਦਾ ਕਿ ਜੋ ਕਿ ਮੇਰਾ ਤਾਲੁਕ, ਮੈਂ ਬੇਸਿਕਲੀ ਆਮ ਐਨ ਐਜੂਕੇਸ਼ਨਿਸਟ ਤੇ ਗਾਣਾ ਜੋ ਕਿ ਇਟਸ ਇਨ ਮਾਈ ਫੈਮਿਲੀ, ਇਟਸ ਇਨ ਮਾਈ ਜੀਨਸ ਤੇ ਉਹਨੂੰ ਮੈਂ ਥੋੜਾ ਲੈ ਕੇ ਚੱਲਨੀ ਆ। ਤੇ ਮੈਨੂੰ ਫਿਰ ਕੋਈ ਇਸ ਤਰ੍ਹਾਂ ਨਹੀਂ ਹੁੰਦਾ ਕੋਈ ਕਹਿ ਵੀ ਦੇਵੇ ਕਿ ਜੀ ਅੰਮੀ ਜੀ ਬਹੁਤ ਅੱਛਾ ਗਾਉਂਦੇ, ਮੇਰੇ ਨੂੰ ਫਖਰ ਹੁੰਦਾ ਹੈ ਤੇ ਤੂੰ ਅੱਛਾ ਨਹੀਂ ਗਾਉਂਦੀ ਤੇ ਮੈਨੂੰ ਕੋਈ ਫਰਕ ਨਹੀਂ ਪੈਂਦਾ। ਮੈਂ ਕਦੇ ਉਹਨਾਂ ਨਾਲ ਕੰਪੀਟ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਕਿਉਂਕਿ ਕੰਪੀਟੀਸ਼ਨ ਕਰ ਹੀ ਨਹੀਂ ਸਕਦੇ, ਜੋ ਤੁਹਾਡੇ ਵੱਡੇ ਨੇ ਉਹ ਜੇ ਤੁਸੀਂ ਬਣ ਹੀ ਨਹੀਂ ਸਕਦੇ। ਔਰ ਆਪਣਾ ਤੁਸੀਂ ਇੱਕ ਹਿੱਸਾ ਪਾਉਂਦੇ ਹੋ। ਹਾਂ ਇੱਕ ਹਿੱਸਾ, ਹਰ ਆਰਟਿਸਟ ਜਿਹੜਾ ਆਪਣਾ ਹਿੱਸਾ ਪਾਉਂਦਾ, ਇੱਕ ਸ਼ੌਕ ਹੁੰਦਾ, ਇੱਕ ਹਿੱਸਾ ਹੁੰਦਾ ਹੈ ਔਰ ਉਹਨਾਂ ਦੀ ਆਪਣੀ ਆਡੀਅנס ਹੈ, ਸਾਡੀ ਆਪਣੀ ਹੁੰਦੀ ਹੈ, ਕਿਤੇ ਕੋਈ ਸਾਨੂੰ ਲਾਈਕ ਵੀ ਕਰਦਾ ਹੈ, ਕੋਈ ਡਿਸਲਾਈਕ। ਤੇ ਅੰਮੀ ਨਾਲ ਜਦੋਂ ਲੋਕ ਕੰਪੈਰੀਜ਼ਨ ਕਰਦੇ ਤਾਂ ਮੈਂ ਤਾਂ ਆਪਣੀ ਅੰਮੀ ਹਮੇਸ਼ਾ ਮੇਰੇ ਕੋ ਹਰ ਲਿਹਾਜ਼ ਨਾਲ ਹੀ ਬਹੁਤ ਮੇਰੇ ਤੋਂ ਚੰਗੇ, ਬਹੁਤ ਵਧੀਆ, ਬਹੁਤ ਆਲਾ ਨੇ ਤੇ ਮੇਰਾ ਕਦੇ ਉਹਨਾਂ ਨਾਲ ਕੰਪੈਰੀਜ਼ਨ ਹੋ ਸਾਰਾ ਪਾਕਿਸਤਾਨ ਉਹਨਾਂ ਨੂੰ ਔਨ ਕਰਦਾ ਹੈ। ਔਰ ਮੈਨੂੰ ਯਾਦ ਹੈ ਕਿ ਕੁਝ ਅਰਸਾ ਪਹਿਲੇ ਇੱਕ ਇਵੈਂਟ ਅਲਹਮਰਾ 'ਚ ਹੋ ਰਿਹਾ ਸੀ ਐਂਡ ਆਈ ਵਾਸ ਇਨ ਦਾ ਆਡੀਅנס ਔਰ ਉਹਨਾਂ ਨੂੰ ਗੁਜ਼ਾਰਿਸ਼ ਕੀਤੀ ਗਈ ਕਿ ਇਹ ਜ਼ਰਾ ਦੁਬਾਰਾ ਤੋਂ ਗਾ ਦੇਣਾ ਤੇ ਉਹਨਾਂ ਨੇ ਗਾਇਆ ਐਂਡ ਆਈ ਵਾਸ ਇਨ ਦਾ ਆਡੀਅנס, ਆਈ ਵਾਸ ਮੇਕਿੰਗ ਦ ਵੀਡੀਓ ਐਂਡ ਦੈਟ ਵਾਸ ਵੈਰੀ ਮਤਲਬ ਇੱਕ ਹੋਰ ਤਰ੍ਹਾਂ ਦਾ ਔਰਾ ਸੀ ਉੱਥੇ ਔਰ ਜਿਸ ਤਰ੍ਹਾਂ ਉਹਨਾਂ ਨੇ ਗਾਇਆ ਔਰ ਫਿਰ ਉਹੀ ਫੀਲ ਆ ਗਈ। ਅੱਛਾ ਮੈਡਮ ਇਹ ਦੱਸੋ ਕਿ ਮਿਊਜ਼ਿਕ ਦੀ ਇੱਕ ਜਰਨੀ ਤੁਸੀਂ ਤੁਹਾਡੇ ਤੋਂ ਪਹਿਲੇ ਵੀ ਜ਼ਾਹਿਰ ਚੱਲ ਰਹੀ ਸੀ, ਬਾਅਦ 'ਚ ਵੀ ਚੱਲਦੀ ਰਹੇਗੀ, ਤੁਸੀਂ ਬੜੀਆਂ ਚੀਜ਼ਾਂ ਵੇਖੀਆਂ ਵੀ, ਫਿਰ ਉਹਦਾ ਹਿੱਸਾ ਵੀ ਰਹੀਆਂ ਹੋ। ਅੱਜ ਦੀ ਨੌਜਵਾਨ ਨਸਲ ਦੀ ਅਗਰ ਗੱਲ ਕਰ ਲਈਏ, ਮਿਊਜ਼ਿਕ ਇੰਡਸਟਰੀ ਪਾਕਿਸਤਾਨ ਦੇ ਵਿੱਚ ਪ੍ਰੋਮਿਸਿੰਗ ਲੱਗਦੇ ਨੇ ਤੁਹਾਨੂੰ ਨਵੇਂ ਬੱਚੇ ਜਿਹੜੇ ਆ ਰਹੇ ਨੇ? ਕੀ ਸਿਚੁਏਸ਼ਨ ਬੀਇੰਗ ਐਨ ਆਰਟਿਸਟ ਤੁਸੀਂ ਕੀ ਸਮਝਦੇ ਹੋ? ਨਹੀਂ ਬਹੁਤ ਅੱਛਾ ਹੈ, ਮੈਨੂੰ ਕਦੇ ਡਿਸਅਪਾਇੰਟਮੈਂਟ ਨਹੀਂ ਹੋਈ ਕਿ ਜੀ ਲੋਕ ਕੰਮ ਨਹੀਂ ਅੱਛਾ ਕਰ ਰਹੇ ਹੋ। ਇਹ ਤੇ ਜਿਹੜਾ ਚੇਂਜ ਆਉਂਦਾ ਹੈ ਨਾ, ਹਰ ਜ਼ਮਾਨੇ ਦਾ ਜਨਰੇਸ਼ਨ ਗੈਪ ਵੀ ਹੁੰਦਾ ਤੇ ਚੇਂਜ ਵੀ ਹੈ ਕਿ ਪਹਿਲੇ ਹੋਰ ਤਰ੍ਹਾਂ ਦੀ ਮੌਸੀਕੀ ਸੀ, ਫਿਰ ਟਾਈਮ ਦੇ ਨਾਲ ਚੇਂਜ ਆਇਆ, ਹੁਣ ਰੀਮਿਕਸ ਦਾ ਬੜਾ ਫੈਸ਼ਨ ਹੋ ਗਿਆ। ਹੁਣ ਇੱਕ ਇਹ ਅਲਾਰਮਿੰਗ ਗੱਲ ਹੁੰਦੀ ਹੈ ਕਿ ਅੱਜ ਦੇ ਵੱਡੇ ਆਰਟਿਸਟ ਵੀ ਤੇ ਨਵੇਂ ਆਰਟਿਸਟ ਵੀ ਦੂਸਰਿਆਂ ਦੇ ਗਾਣੇ ਚੁੱਕ ਲੈਂਦੇ ਨੇ ਤੇ ਗਾ ਦਿੰਦੇ ਨੇ ਤੇ ਉਹ ਸ਼ਾਰਟਕਟਸ ਜਿਹੜੇ ਨਾ ਉਹ ਬੜਾ ਕਰ ਰਹੇ ਨੇ। ਇਹ ਥੋੜਾ ਜਿਹਾ ਅਲਾਰਮਿੰਗ ਹੁੰਦਾ ਹੈ ਕਿ ਜੀ ਤੁਸੀਂ ਆਪਣੀ ਚੀਜ਼ ਕ੍ਰੀਏਟ ਨਹੀਂ ਕਰ ਰਹੇ, ਤੁਸੀਂ ਦੂਸਰਿਆਂ ਦੀਆਂ ਚੀਜ਼ਾਂ ਗਾਈ ਜਾ ਰਹੇ ਹੋ। ਵੱਡੇ ਆਰਟਿਸਟ ਵੀ ਇਸ ਤਰ੍ਹਾਂ ਕਾਫੀ ਕਰ ਰਹੇ ਨੇ ਇੱਥੇ ਸਾਡੇ ਪਾਕਿਸਤਾਨ ਦੇ ਵੀ ਤੇ ਬਾਹਰ ਮੁਲਕਾਂ ਦੇ ਵੀ। ਤੇ ਉਹਦੇ 'ਚ ਬਸ ਇਹੀ ਹੈ ਕਿ ਜਿਹੜੀ ਯੰਗ ਜਨਰੇਸ਼ਨ ਹੈ ਉਹ ਜਿੰਨੀ ਜ਼ਾਹਿਰ ਹੈ ਮਿਹਨਤ ਤੁਸੀਂ ਜਿਹੜੀ ਚੀਜ਼ 'ਚ ਕਰੋਗੇ ਉਹਨਾਂ ਨਾਲ ਬਿਲਕੁਲ ਸਹੀ। ਫੋਕ ਜਿਹੜੀਆਂ ਟਿਊਨ ਸਾਡੇ ਕੰਨਾਂ ਵਿੱਚ ਰਚੀਆਂ ਬਸੀਆਂ ਉਹ ਦੁਬਾਰਾ ਤੋਂ ਰਿਵਾਈਵ ਸਾਡੇ ਸਿੰਗਰ ਕਰ ਰਹੇ ਨੇ। ਹਮੇਸ਼ਾ ਰਿਵਾਈਵ ਹੁੰਦਾ ਹੈ ਨਾ। ਅੱਜ ਤੋਂ ਜਿਹੜੇ ਪੀਲੂ ਪੱਕੀਆਂ ਵੀ ਇੱਕ ਫੋਕ ਟਿਊਨ ਹੈ ਜਿਹਦਾ ਕੋਈ ਪਤਾ ਨਹੀਂ ਕਿਹਨੇ ਬਣਾਈ, 100 ਸਾਲ ਪਹਿਲੇ, 150 ਸਾਲ ਪਹਿਲੇ। ਇਹ ਚੀਜ਼ਾਂ ਤੇ ਫਿਰ ਚਲਦੀਆਂ ਨੇ ਨਾ, ਉਹਨਾਂ ਨੂੰ ਰੀਮਿਕਸ ਤੁਸੀਂ ਕਰ ਸਕਦੇ ਹੋ, ਦੈਟਸ ਨਾਟ ਅ ਬੈਡ ਥਿੰਗ। ਬਟ ਬੁਰੀ ਗੱਲ ਇੱਥੇ ਆਉਂਦੀ ਹੈ ਕਿ ਨੌਜਵਾਨ ਨਸਲ ਦਿਨਾਂ
ਚ ਜ਼ਿਆਦਾ ਪਪੂਲਰ ਹੋਣ ਦੀ ਕੋਸ਼ਿਸ਼ ਕਰ ਰਹੀ ਹੈ ਤੇ ਬਟ ਇਹ ਜਿਹੜਾ ਸਮੰਦਰ ਹੈ ਨਾ ਇਹ ਵੀ ਪੂਰੀ ਇੱਕ ਤਾਲੀਮ ਹੈ ਮੌਸੀਕੀ ਦੀ ਵੀ ਤੇ ਇਹਦੇ ਤੇ ਇਟ ਟੇਕਸ ਲੋਟ ਆਫ ਟਾਈਮ ਕਿ ਤੁਸੀਂ ਆਪਣੀ ਜਗ੍ਹਾ ਬਣਾਉਂਦੇ ਹੋ। ਹਾਂਜੀ ਅੱਛਾ, ਇੱਥੇ ਮੇਰਾ ਇੱਕ ਸਵਾਲ ਹੈ ਵੇ ਕਿ ਤੁਸੀਂ ਗਾਇਕੀ ਦੇ ਹਵਾਲੇ ਨਾਲ ਕਿਹਦੇ ਤੋਂ ਮੁਤਾਸਿਰ ਹੋ, ਕਿਹਨੂੰ ਉਸਤਾਦ ਮੰਨਦੇ ਹੋ ਤੇ ਕਿਹਦੇ ਨਾਲ ਕੰਮ ਕਰਨ ਦੀ ਖਾਹਿਸ਼ ਰੱਖੀ ਤੇ ਕਿਹਦੇ ਨਾਲ ਕੰਮ ਕੀਤਾ? ਸਾਡੇ ਪਾਕਿਸਤਾਨ ਦੇ ਜਿਹੜੇ ਵੱਡੇ ਵੱਡੇ ਨਾਂ ਨੇ ਸੋਨੀਆ ਜੀ, ਉਹ ਸਾਰੇ ਇਨਸਪੀਰੇਸ਼ਨ ਨੇ ਸਾਡੇ ਵਾਸਤੇ ਤੇ ਕੰਮ ਕਰਨ ਦਾ ਤੇ ਆਉਂਦੇ ਨੇ ਕਿ ਤੁਸੀਂ ਇਟ ਡਿਪੈਂਡਸ ਕਿ ਲੱਕ ਤੁਹਾਨੂੰ ਕਿੱਥੇ ਲੈ ਕੇ ਜਾਂਦੀ, ਕਿਉਂਕਿ ਆਰਟਿਸਟ ਦੀ ਲਾਈਫ ਵਿੱਚ ਜ਼ਿਆਦਾ ਉਹਦੇ ਆਬਵੀਅਸਲੀ ਟੈਲੈਂਟ ਵੀ ਹੈ, ਉਹਦੀ ਮਿਹਨਤ ਵੀ ਹੈ ਤੇ ਨਾਲ ਲੱਕ ਵੀ ਹੈ। ਤੋ ਐਸਾ ਸੱਚ ਕੋਈ ਨਹੀਂ, ਮੈਨੂੰ ਇਹ ਹੁੰਦਾ ਕਿ ਜਦੋਂ ਵੀ ਕੋਈ ਗਾਈਏ ਤੇ ਕੋਈ ਅੱਛੀ ਚੀਜ਼ ਕਰੀਏ, ਕੋਈ ਇਹਨਾਂ ਮੇਰਾ ਆਈ ਐਮ ਨਾਟ ਪੈਸ਼ਨੇਟ ਕਿ ਮੈਂ ਇੱਥੇ ਕੰਮ ਕਰਾਂ ਜਾਂ ਉੱਥੇ ਕਰਾਂ ਤੇ ਲੇਕਿਨ ਇਹ ਕਿ ਬਸ ਇਹ ਹੁੰਦਾ ਕਿ ਵੱਡੇ ਆਰਟਿਸਟ ਸੁਣਨ ਤੇ ਉਹ ਕਹਿਣ ਕਿ ਜੀ ਅੱਛਾ ਕੰਮ ਕੀਤਾ ਹੈ, ਬਸ ਇਹ ਹੁੰਦਾ ਹੈ, ਇਹ ਜ਼ਿਆਦਾ ਸ਼ੌਕ ਹੈ। ਜੀ ਬਿਲਕੁਲ ਇਸੇ ਤਰ੍ਹਾਂ ਹੋਣਾ ਚਾਹੀਦਾ ਹੈ ਔਰ ਸਾਨੂੰ ਪ੍ਰੋਮਿਸਿੰਗ और ਪੈਸਿਮਿਸਟਿਕ नहीं होना चाहिए, ऑप्टिमिस्टिक यकीनी तौर पे होना चाहिए। ਮਾਯੂਸੀ ਤੇ ਹੈ ਹੀ ਨਹੀਂ ਨਾ ਕਿਸੇ ਵੀ ਚੀਜ਼ ਵਿੱਚ। ਰੰਗ ਮੌਸੀਕੀ ਦੇ ਵੀ ਬਦਲਦੇ ਨੇ, ਜਿਸ ਤਰ੍ਹਾਂ ਤੁਹਾਡੇ ਲਿਬਾਸਾਂ ਦੇ ਬਦਲਣੇ, ਜਿਸ ਤਰ੍ਹਾਂ ਫੈਸ਼ਨ ਚੇਂਜ ਹੁੰਦਾ, ਇਸੇ ਤਰ੍ਹਾਂ ਤੁਹਾਡਾ ਆਰਟ ਕਲਚਰ ਵੀ ਚੇਂਜ ਹੁੰਦਾ ਹੈ ਔਰ ਚੇਂਜ ਇਜ਼ ਦ ਲਾਅ ਆਫ ਨੇਚਰ। ਮੈਂ ਹਮੇਸ਼ਾ ਕਹਿੰਦੀ ਹਾਂ ਕਿ ਚੇਂਜ ਜਿਹੜੀ ਹੈ ਉਹ ਤੇ ਕੁਦਰਤ ਦੇ ਕਾਨੂੰਨ ਹੈ ਨਾ, ਉਹ ਤੇ ਟਾਈਮ ਬਾਏ ਟਾਈਮ ਆਏਗੀ ਨਾ। ਹੁਣ ਮੌਸੀਕੀ ਆਸਾਨ ਹੋ ਗਈ ਕਿਉਂਕਿ ਮਸ਼ੀਨਸ ਆ ਗਈਆਂ ਨੇ, ਬਟ ਫਿਰ ਵੀ ਤੁਸੀਂ ਦੇਖੋ ਜਿਨ੍ਹਾਂ ਨੇ ਕਲਾਸੀਕਲ ਕੀਤਾ, ਜਿਨ੍ਹਾਂ ਦੇ ਅੱਛੀ ਗਾਇਕੀ, ਅੱਛੀ ਆਵਾਜ਼ ਹੈ, ਜਿਨ੍ਹਾਂ ਨੇ ਕੰਮ ਸਿੱਖਿਆ, ਉਹਨਾਂ ਦਾ ਟਾਈਮ ਪੀਰੀਅਡ ਜ਼ਿਆਦਾ ਹੁੰਦਾ ਹੈ ਤੇ ਜਿਹੜੇ ਤੁਸੀਂ ਜੇ ਸ਼ਾਰਟਕਟਸ ਲੈਂਦੇ ਹੋ ਆਰਟਿਸਟ ਥੋੜੇ ਘੱਟ ਅਰਸੇ ਵਾਸਤੇ ਆਉਂਦੇ ਨੇ। ਅੱਛਾ, ਨਾਜ਼ਰੀਨ ਸਾਨੂੰ ਵੇਖ ਰਹੇ ਹੁੰਦੇ ਨੇ ਕੈਮਰਾ ਦੇ ਥਰੂ ਜਾਂ ਸਟੇਜ ਦੇ ਉੱਤੇ ਵੇਖਦੇ ਨੇ ਔਰ ਸਾਡੀਆਂ ਪਰਫਾਰਮੈਂਸਿਸ ਵੇਖਦੇ ਨੇ, ਲੇਕਿਨ ਬੈਕ ਆਫ ਦ ਸਟੇਜ ਕੀ ਹੋ ਰਿਹਾ ਉਹਨਾਂ ਨੂੰ ਸ਼ਾਇਦ ਬਹੁਤ ਜ਼ਿਆਦਾ ਨਹੀਂ ਪਤਾ ਹੁੰਦਾ, ਲੇਕਿਨ ਉਹ ਜ਼ਿਆਦਾ ਜਾਣਨਾ ਜ਼ਰੂਰ ਚਾਹੁੰਦੇ ਨੇ ਕਿ ਕੋਈ ਐਸਾ ਵਾਕਿਆ ਬੈਕ ਸਟੇਜ ਹੋਇਆ ਹੋਵੇ, ਕੋਈ ਸਿਚੁਏਸ਼ਨ ਹੋ ਗਈ ਹੋਵੇ। ਰਾਹਤ ਬਾਨੋ ਜਦੋਂ ਪਰਫਾਰਮ ਕਰਨ ਗਈਆਂ ਕਿਸੇ ਵੀ ਸਟੇਜ ਦੇ ਉੱਤੇ ਤੇ ਉਸ ਤਰ੍ਹਾਂ ਦੀ ਕੋਈ ਇੱਕ ਯਾਦ ਸਾਡੇ ਨਾਲ ਸਾਂਝੀ ਕਰੋ। ਅੱਛਾ, ਆਡੀਅנס ਦੀ ਜਿਹੜੀ ਤੁਸੀਂ ਗੱਲ ਕਰੋ ਨਾ, ਉਹ ਤਾਂ ਸਮਝਦੇ ਕਿ ਆਰਟਿਸਟ ਜਿਸ ਤਰ੍ਹਾਂ ਅਸੀਂ ਹੁਣ ਤਿਆਰ ਹੋ ਕੇ ਬੈਠੇ ਹਾਂ ਸੋਨੀਆ ਤੇ ਮੈਂ, ਅਸੀਂ ਜਰਾ ਹਾਰ ਸਿੰਗਾਰ ਕੀਤਾ ਹੋਇਆ ਬੜਾ ਜ਼ਿਆਦਾ ਤੇ ਉਹ ਆਮ रूटीन इंसान देखते हैं आप वही हैं जो टी पे आती है, आप बहुत सिंपल हैं। अच्छा, फिर अगर आर्टिस्ट कोई बाजार नज़र आ जाए सब्जी ले रहे हैं या मार्केट ही तो पीपल आर वेरी मच शॉक कि ओ अच्छा ये आर्टिस्ट सब्जी भी लेते, तो आर्टिस्ट सब्जी खाना भी पकाएगा, काम भी करेगा, ड्राइव भी करेगा तो सारी जिंदगी दे काम भी चलाएगा। तो यह बड़ा एक होंगे लोगों होंगे कि हाई टीवी पे आप डिफरेंट नज़र आती हैं और आम रूटीन में आप इतना तैयार नहीं होते। हाँ, क्योंकि आम रूटीन से कॉलेज वाले जाना दे क्या होंगे बैक स्टेज कदे कदे ये होंगे कि तुसीं किथे एंटर होवो ते उत्थे तुहानूं कोई ना पहचाने फॉर एग्जांपल ते ओ कदे कदे इस तरह के बड़े मज़े के वाक़े ने कि एक दफ़ा सानूं किसी ने गाण वास्ते मैनूं बुलाया ते उत्थे मैं उतरी एयरपोर्ट ते वो आर्टिस्ट नूं लब्भी जाण ते मैं कहा जी मैं तो कह नहीं वो आर्टिस्ट तो के बारे में होता है कि उन्होंने साड़ी बांधी होती है, बहुत फैशन किया होता है और मोटी होती कि वो गज़ल का प्रोग्राम है। तो अच्छा, वो बंदे ने फिर मुझे बड़ा एक्सक्यूज़ किया कि वो तो टू मच मेड अप होती हैं, तो यू आर टू सिंपल, तो हम कभी कंसिडर ही नहीं कर सकते थे कि आर्टिस्ट ये होगा। ये एक मज़े का वाक़या था। मुझे फिर वो उस पर बाद में बड़ा मैं एंजॉय करती, क्योंकि लोग ये समझते हैं कि आर्टिस्ट 24 घंटे ऐसे ही हो, समझते हैं हाँ ऐसे ही हो, तो ऐसे नहीं हो सकता, ਸਿੰਪਲਿਸਿਟੀ भी होती है ऑब्वियसली। ਤੁਹਾਡਾ ਵੀ ਬਹੁਤ ਜ਼ਿਆਦਾ ਸ਼ੁਕਰੀਆ, ਵੇਲੇ ਦੀ ਬਹੁਤ ਜ਼ਿਆਦਾ ਘਾਟ ਹੈ, ਸਾਡੇ ਕੋਲ ਥੋੜਾ ਜਿਹਾ ਟਾਈਮ ਰਹਿ ਗਿਆ, ਤੁਹਾਡੇ ਕੋਲ ਅਸੀਂ 뮤직 ਹੋਰ ਵੀ ਸੁਣਨਾ ਜ਼ਰੂਰ ਤੇ ਸਾਡੇ ਵੱਲੋਂ, ਮੇਰੇ ਵੱਲੋਂ ਔਰ ਸੋਨੀਆ ਵੱਲੋਂ ਤੇ ਬਹੁਤ ਬਹੁਤ ਥੈਂਕ ਯੂ, ਬਹੁਤ ਸ਼ੁਕਰੀਆ ਕਿ ਤੁਸੀਂ ਟਾਈਮ ਕੱਢਿਆ, ਸਾਡੇ ਸੈੱਟ ਤੇ ਆਏ। ਫਿਰ ਕਿਸੇ ਪ੍ਰੋਗਰਾਮ ਵਿੱਚ ਵੀ ਜ਼ਰੂਰ ਆਣਾ ਤੇ ਜਾਣ ਤੋਂ ਪਹਿਲੇ ਅਸੀਂ ਤੁਹਾਡੇ ਕੋਲ 뮤직 ਇਹ ਕਿਸ ਤਰ੍ਹਾਂ ਹੋ ਸਕਦਾ ਕਿ ਨਾ ਸੁਣੀਏ, ਤੇ ਜੀ ਜਾਣ ਦਈਏ, ਸਾਡੀ ਆਡੀਅנס ਵੀ ਸੁਣਨਾ ਚਾਹੁੰਦੀ ਹੈ ਤੇ ਇੱਕ ਗੀਤ ਸਾਡੇ ਨਾਲ ਸਾਂਝਾ ਕਰੋ। ਤੇ ਨਾਜ਼ਰੀਨ, ਸਾਡੇ ਵੱਲੋਂ ਖੁਦਾ ਹਾਫਿਜ਼, ਲੇਕਿਨ 뮤직 ਤੇ ਐਂਡ ਕਰਾਂਗੇ। ਜ਼ਰੂਰ ਜੀ ਮੈਡਮ, ਥੈਂਕ ਯੂ।